सिख इज ए नॉट अ रिलीजन। सिख पंथ है। पर सिख तो कहते धर्म आ साडा। कई जान गलत है वो। आरएसएस सिखां दा सिमुलेशन करना चाहती है, सिखां नूं खत्म करनी चाहती है। वो पग्गां च दिखते रहन, कोई मसला नहीं, विचारधारक तौर पर खत्म। मैं 100 साल तुसीं सिखां नूं क्यों नहीं जचा सके कि असीं वधिया बंदे आगे? तुहाडे ते क्यों सिख विश्वास नहीं करते? कल तक दे जथेदार कहंदे ने, बयान आया उन्हां दा ठोक के पूरा, आरएसएस बैन होनी चाहिए इंडिया के अंदर। उन्होंने किसी पॉलिटिक्स के नाल जुड़ के किते बयान देता होगा। तुहानूं की लगदा जथेदार नूं कोई चला रहा है कि देश की हारमनी नूं, रिलीजियस हारमनी नूं आरएसएस खराब कर रहा है? मैं कहना भी वो सानूं दस देण, जे ऐसा लगता तो उन्होंने 10 दिन भी असीं किहड़ी चलो खराब करनी। ਜਾਂ ਇਹ ਕਿਹਾ ਗਿਆ ਕਿ ਜਦੋਂ 84 ਦਾ ਅਟੈਕ ਹੋਇਆ ਬਹੁਤ ਸਾਰੇ ਲੋਕਾਂ ਨੇ ਲੱਡੂ ਵੰਡੇ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਤੁਹਾਨੂੰ ਲੱਗਦਾ ਇਹ ਗਲਤ ਗੱਲਾਂ ਸੀ? ਸ਼੍ਰੀ ਹਰਿਮੰਦਰ ਸਾਹਿਬ ਦਾ ਮਾਡਲ ਰੇਲਵੇ ਸਟੇਸ਼ਨ ਤੇ ਤੋੜ ਦਿੱਤਾ ਗਿਆ ਸੀਗਾ, ਤੁਹਾਡੇ ਇੱਕ ਲੀਡਰ ਦਾ ਬਾਅਦ ਚੋਂ ਕਤਲ ਵੀ ਹੋਇਆ ਸੀਗਾ। ਇਹ ਗੱਲਾਂ ਤੁਹਾਨੂੰ ਲੱਗਦਾ ਨਹੀਂ ਸੀ ਅਵਾਇਡ ਹੋਣੀਆਂ ਚਾਹੀਦੀਆਂ ਸੀ ਉਦੋਂ? ਤਾਂ ਧਾਰਾ 25 ਵਿੱਚ ਅਮੈਂਡਮੈਂਟ ਹੋਣੀ ਚਾਹੀਦੀ। ਮੌਜੂਦਾ ਦੌਰ 'ਚ ਸਭ ਤੋਂ ਵੱਧ ਤਾਕਤਵਰ ਆਰਐਸਐਸ ਨੂੰ ਮੰਨਿਆ ਜਾਂਦਾ ਹੈ, ਪ੍ਰਧਾਨ ਮੰਤਰੀ ਤੋਂ ਵੀ ਵੱਧ ਤਾਕਤਵਰ। और प्रधानमंत्री खुद आरएसएस चों निकले हुए ने। आरएसएस का एक भी दौर आया जो इस देश के अंदर आरएसएस बैन होंदी है। महात्मा गांधी का कतल होंदा है, सरदार पटेल गृह मंत्री सी, आरएसएस ते पहला बैन लगता है, उस तो बाद आरएसएस तो बैन हट भी जाता है। आरएसएस एक्सपैंड करती है, आरएसएस तो ही निकलता है जनसंघ, श्यामा प्रसाद मुखर्जी का दौर। उस तो बाद बीजेपी होंद चाहती है, फिर बीजेपी सत्ता चाहती है, ਹੁਣ बीजेपी ਦੇ ਝੰਡੇ ਝੁੱਲ ਰਹੇ ਨੇ। ਲਗਾਤਾਰ ਸਵਾਲ ਉੱਠਦੇ ਨੇ, ਆਰਐਸਐਸ ਕਿਸੇ ਨਾ ਕਿਸੇ ਤਰੀਕੇ ਨਾਲ ਚਰਚਾ 'ਚ ਆ ਜਾਂਦੀ ਹੈ। ਸਾਨੂੰ ਲੱਗਿਆ ਆਰਐਸਐਸ ਦੇ ਪੰਜਾਬ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਇਹਨਾਂ ਸਾਰੇ ਮਸਲਿਆਂ ਬਾਰੇ। ਉਹ ਕੀ ਸੋਚਦੇ ਨੇ, ਪੰਜਾਬ ਬਾਰੇ ਕੀ ਸੋਚ ਰਹੇ ਨੇ, ਸਿੱਖ ਮਸਲਿਆਂ ਬਾਰੇ ਕੀ ਸੋਚਦੇ ਨੇ, ਆਰਐਸਐਸ ਐਕਸਪੈਂਡ ਕਿਵੇਂ ਹੋ ਰਹੀ ਹੈ। ਸਾਡੇ ਨਾਲ ਨੇ ਬ੍ਰਿਜ ਭੂਸ਼ਣ ਸਿੰਘ ਬੇਦੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹਿੰਦੇ ਨੇ ਉਹ ਵੱਖ-ਵੱਖ ਮਸਲਿਆਂ ਦੇ ਉੱਤੇ। ਭੂਸ਼ਣ ਜੀ, ਸਭ ਤੋਂ ਪਹਿਲਾ ਸਵਾਲ ਮੇਰਾ ਇਹ ਆ ਤੁਹਾਨੂੰ, ਤੁਸੀਂ ਆਰਐਸਐਸ ਦੇ ਨਾਲ ਕਦੋਂ ਜੁੜੇ? ਆਰਐਸਐਸ ਦੇ ਨਾਲ ਤੁਹਾਡੀ ਸ਼ੁਰੂਆਤ ਕਦੋਂ ਹੁੰਦੀ ਹੈ? ਮੈਂ ਕਰਾਚੀ ਸੀਗਾ ਜੀ, ਪਾਕਿਸਤਾਨ 'ਚ। ਤਕਰੀਬਨ 10-11 ਸਾਲ ਦਾ ਹੋਵਾਂਗਾ। ਕੋਈ ਸਨ 40 ਦੇ ਕਰੀਬ ਸਮਝ ਲਓ। 1940 'ਚ ਸੰਘ ਨਾਲ ਜੁੜਿਆ ਮੈਂ। ਤਾਂ ਚਲਿਆ ਆਉਂਦਾ ਉਹ ਤਾਂ ਤਕਰੀਬਨ ਉਹਦੇ ਬਾਅਦ ਆਏ ਵੀ 47 ਤੋਂ ਬਾਅਦ ਇੱਥੇ ਅਸੀਂ ਆਏ ਤੇ ਸੰਘ ਦੇ ਨਾਲ ਜੁੜਿਆ ਰਿਹਾ ਮੈਂ। ਉਦੋਂ ਸੰਘ ਕੀ ਕਰਦਾ ਸੀ ਉੱਥੇ? 40 'ਚ ਸੰਘ ਦੀ ਸ਼ਾਖਾ ਲੱਗਦੀ ਸੀ ਉੱਥੇ, ਜਿੱਦਾਂ ਬਾਕੀ ਥਾਂ 'ਤੇ ਲੱਗਦੀਆਂ ਉੱਥੇ ਵੀ ਲੱਗਦੀਆਂ ਸੀ। ਉੱਥੇ ਇੱਕ ਵਾਰੀ ਯਾਨੀ ਜਦੋਂ ਪਾਰਟੀਸ਼ਨ ਤੋਂ ਥੋੜ੍ਹੀ ਦੇਰ ਪਹਿਲਾਂ ਮੈਂ ਅਤੇ ਅਡਵਾਣੀ ਜੀ ਇੱਕੋ ਸ਼ਾਖਾ 'ਚ ਸੀਗੇ। ਅਸੀਂ ਲਾਲ ਕ੍ਰਿਸ਼ਨ ਅਡਵਾਣੀ ਮੇਰੇ ਮੁੱਖ ਸ਼ਿਕਸ਼ਕ ਹੁੰਦੇ ਸੀ, ਮੈਂ ਉਸ ਸ਼ਾਖਾ ਦਾ ਘਟਨਾਇਕ ਹੁੰਦਾ ਸੀ। ਅੱਛਾ। ਤਾਂ ਰੋਜ਼ ਮਿਲਣਾ ਹੁੰਦਾ ਸੀ ਸਾਡਾ, ਰੋਜ਼ ਘਰ ਅੱਗੇ ਮੈਨੂੰ ਆਵਾਜ਼ ਦੇ ਕੇ ਜਾਂਦੇ ਸੀ, ਮੈਂ ਫਿਰ ਦੂਜਿਆਂ ਨੂੰ ਆਵਾਜ਼ ਦਿੰਦਾ ਸੀ, ਸ਼ਾਖਾ ਜਾਂਦੇ ਸੀ। ਤਾਂ ਕਿੰਨੇ ਕੁ ਸਿੱਖ ਪਰਿਵਾਰ ਸੀ ਜਿਹੜੇ ਆਰਐਸਐਸ ਨਾਲ ਜੁੜੇ ਹੋਏ ਸੀ ਉਦੋਂ? ਸਿੱਖ ਪਰਿਵਾਰ ਬਹੁਤ ਸੀਗੇ, ਸਾਰੇ ਬਹੁਤ ਸਾਰੇ ਸੀਗੇ ਸਿੱਖ ਪਰਿਵਾਰ। ਤੇ ਸਾਰੇ ਉਹ ਸਿੰਧ 'ਚ ਵੀ ਸੀਗੇ, ਇੱਥੇ ਆਪਣਾ ਪੰਜਾਬ ਦੇ ਵਿੱਚ ਵੀ ਬਹੁਤ ਸੀਗੇ ਉਦੋਂ। ਇਹ ਤਾਂ ਬਾਅਦ ਦੇ ਵਿੱਚ ਜਿਸ ਵੇਲੇ ਕੋਈ ਰਾਜਨੀਤੀ ਸ਼ੁਰੂ ਹੋਈ ਅਤੇ ਔਰ ਸਾਰਾ ਜਿਹੜਾ ਮਾਮਲਾ ਇੱਥੇ ਕੋਈ ਸਾਰਾ ਕਦੀ ਉਹ ਹਿੰਦੂ ਸਿੱਖ ਦੇ ਮਸਲਾ ਬਣਾ ਕੇ ਹਿੰਦੀ ਹੈ ਕਿ ਹਿੰਦੀ ਪੰਜਾਬੀ ਦਾ ਝਗੜਾ। ਗੁਰੂ ਜੀ ਨੇ ਉਸ ਵੇਲੇ ਆ ਕੇ ਕਾਠ ਦੇ ਵਿੱਚ ਇੱਥੇ ਕਿਹਾ ਕਿ ਪੰਜਾਬੀ ਵੀ ਸਾਡੀ ਮਾਤ ਭਾਸ਼ਾ ਪੰਜਾਬੀ ਹੈ ਤੇ ਪੰਜਾਬੀ ਲਿਖਣੀ ਚਾਹੀਦੀ। ਗੁਰੂ ਗੋਬਿਲਕਰ ਜਲੰਧਰ ਆਏ, ਅੰਮ੍ਰਿਤਸਰ ਆਏ। ਹਾਂ, ਜਦੋਂ ਪੰਜਾਬ ਦੇ ਅੰਦਰ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਹਿੰਦੂ ਆਪਣੀ ਭਾਸ਼ਾ ਹਿੰਦੀ ਲਿਖਾਉਣ, ਆਹੋ ਜਿਹੜੀ ਉਦੋਂ ਆ ਕੇ ਗੁਰੂ ਗੋਬਿਲਕਰ ਨੇ ਕਿਹਾ ਕਿ ਨਹੀਂ, ਪੰਜਾਬ ਦੇ ਹਿੰਦੂ ਪੰਜਾਬੀ ਲਿਖਾਓ। ਉਹ ਸਾਰਿਆਂ ਨੂੰ ਪੰਜਾਬੀ ਲਿਖਾਣੀ ਚਾਹੀਦੀ ਹੈ। ਹਿੰਦੂ ਕੋਈ ਉਹ ਵੀ ਜਿਹੜੇ ਵੀ ਹੈ ਸਭ ਨੂੰ ਪੰਜਾਬੀ ਲਿਖਾਣੀ ਚਾਹੀਦੀ ਹੈ। ਕੋਈ ਉਹਨਾਂ ਦੀ ਮਾਤ ਭਾਸ਼ਾ ਪੰਜਾਬੀ ਹੈ ਤਾਂ ਪੰਜਾਬੀ ਲਿਖਾਓ। ਫਿਰ ਇਹ ਸਾਜ਼ਿਸ਼ ਕੌਣ ਕਰ ਰਿਹਾ ਸੀਗਾ ਕਿ ਹਿੰਦੀ ਲਿਖਾਓ? ਇਹ ਹੁਣ ਸਾਨੂੰ ਕੀ ਪਤਾ ਜੀ, ਉਹ ਉਸ ਵੇਲੇ ਪੋਲੀਟੀਸ਼ੀਅਨ ਹੋਣਗੇ। ਤੁਹਾਨੂੰ ਲੱਗਦਾ ਗਲਤ ਗੱਲ ਸੀ? ਗਲਤ ਸੀ, ਬਿਲਕੁਲ ਗਲਤ ਸੀ। ਮਾਂ ਬੋਲੀ ਪੰਜਾਬੀ ਨਾ ਕਹਿ ਕੇ ਹਿੰਦੀ ਨੂੰ ਲਿਖਾਉਣਾ ਗਲਤ ਗੱਲ ਸੀਗੀ। ਬਿਲਕੁਲ ਗਲਤ ਸੀ। ਉਦੋਂ ਤੁਸੀਂ ਆਲੋਚਨਾ ਕੀਤੀ ਸੀ ਇਹਨਾਂ ਦੀ? ਜਿਹੜੇ ਲੋਕ ਕਹਿ ਰਹੇ ਸੀ ਕਿ ਮਾਂ ਬੋਲੀ, ਜਦੋਂ ਗੁਰੂ ਜੀ ਨੇ ਕਹਿ ਦਿੱਤਾ ਤੇ ਹੋਰ ਇਸ ਤੋਂ ਬਾਅਦ ਹੋਰ। ਪਰ ਤੁਸੀਂ ਵੀ ਲੋਕਲ ਲੈਵਲ ਤੇ ਵਿਚਰ ਰਹੇ ਹੋਵੋਗੇ, ਤੁਸੀਂ ਲਗਾਤਾਰ ਬਿਆਨ ਦਿੰਦੇ ਸੀ ਕਿ ਗਲਤ ਹੈ। ਬਿਆਨ ਹੁਣ ਮੈਂ ਤੇ ਉਦੋਂ ਸਮਝੋ ਹਾਲੀ ਉਦੋਂ ਜਾਂ ਤੁਹਾਡੇ ਲੀਡਰ ਕਹਿ ਰਿਹਾ, ਮੈਂ ਤੁਹਾਡੇ ਲੀਡਰ ਕਰਦੇ ਸੀ ਸਾਰੇ ਉਸ ਵੇਲੇ, ਕਹਿੰਦੇ ਸੀ ਵੀ ਨਹੀਂ। ਉਸ ਵੇਲੇ ਵੀ ਉਹ ਇੱਥੇ ਜਦੋਂ ਹੋਇਆ ਸੀ ਚੱਲਿਆ ਵੀ ਅਸੀਂ ਇਹ
ਪਰ ਇਹ ਵੀ ਸੀਗਾ ਨਾਲ ਕਿ ਵੀ ਇਹਨੂੰ ਪੰਜਾਬੀ ਸੂਬਾ ਇਹ ਇੱਕ ਪੋਲਿਟਿਕਸ ਸੀਗੀ। ਪੰਜਾਬੀ ਸੂਬਾ ਮਤਲਬ ਸਿਰਫ ਛੋਟਾ ਜਿਹਾ ਕਰਕੇ ਪੰਜਾਬ ਅਸੀਂ ਛੋਟਾ ਜਿਹਾ ਕਰ ਲਿਆ। ਹੁਣ ਅਸੀਂ ਉਹਨੂੰ ਭੁਗਤਣੇ ਪਏ ਹਾਂ ਸਾਰਾ ਹੁਣ ਵੀ। ਪੰਜਾਬੀ ਸੂਬੇ ਮੋਰਚੇ ਦੇ ਵਿਰੋਧ ਸੀ ਤੁਸੀਂ? ਬਿਲਕੁਲ ਸੀਗੇ, ਅਸੀਂ ਵਿਰੋਧ ਸੀਗੇ। ਤੁਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਹੋ? ਮੈਂ ਬਹੁਤ ਪੱਕਾ ਸਿੱਖਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋ? ਮੇਰਾ ਉੱਪਰ ਤੁਸੀਂ ਦੇਖੋ ਸਾਹਮਣੇ ਗ੍ਰੰਥ ਸਾਹਿਬ ਕਮਰਾ ਮੈਂ ਰੋਜ਼ ਪ੍ਰਕਾਸ਼ ਹੁੰਦਾ, ਮੈਂ ਕਰਨਾ, ਮੈਂ ਰੋਜ਼ ਪਾਠ ਕਰਨਾ। ਮਤਲਬ ਕਿੰਨੇ ਸਾਲਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼? ਪ੍ਰਕਾਸ਼ ਜਦੋਂ ਅਸੀਂ ਬੱਚੇ ਵੀ ਸੀਗੇ ਹਾਲੀ ਉੱਥੇ ਮੈਂ ਕਾਲਜ ਪੜ੍ਹਦਾ ਸੀ ਤਾਂ ਵੀ ਪ੍ਰਕਾਸ਼ ਸੀਗਾ, ਮੇਰੇ ਪਿਤਾ ਜੀ ਕਰਦੇ ਹੁੰਦੇ ਸੀ। ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਤੁਸੀਂ ਨਤਮਸਤਕ ਹੋ? ਬਿਲਕੁਲ ਹੁੰਦੇ ਆ। ਕੱਲ੍ਹ ਪਰਸੋਂ ਉਹਨਾਂ ਦੀ ਪਰਸੋਂ ਕਿ ਚੌਥ ਆਏ ਸੀਗੇ SGPC ਦੇ ਇੱਥੇ ਵੀ ਅਸੀਂ ਤੁਹਾਡੇ ਗ੍ਰੰਥ ਸਾਹਿਬ ਹੈਗਾ ਅਸੀਂ ਦੇਖਣਾ। ਮੈਂ ਕਿਹਾ ਜੀ ਆਇਆਂ ਨੂੰ, ਆਓ ਦੇਖੋ। SGPC ਦੇ ਪ੍ਰਧਾਨ? ਨਹੀਂ, SGPC ਦੀ ਉਹਨਾਂ ਦੀ ਟੀਮ ਉਹਨਾਂ ਨੇ ਬਣਾਈ ਹੈ, ਨਹੀਂ ਜਿਹੜੇ ਉਹਨਾਂ ਦੇ 300 ਤੇ ਕਿੰਨੇ ਉਹ ਸਰੂਪ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਉਹ ਆ ਕੇ ਚੈੱਕ ਕਰਦੇ ਨਾ ਜੀ ਵੀ ਇੱਥੇ ਤੁਹਾਡੇ ਕੋਲ ਜਿਹੜਾ ਜਗ੍ਹਾ ਹੈ ਉਹਦੇ ਉੱਤੇ ਉਹ ਕੋਈ ਸੀਰੀਅਲ ਲਾਉਂਦੇ ਹੋਣੇ ਨਾ ਉੱਥੇ ਕਿ ਵੀ ਸੀਰੀਅਲ ਜਿਹੜਾ ਹੈ ਇੱਥੇ ਕੁਝ ਸੀਰੀਅਲ ਲੱਗਾ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਅਸੀਂ ਇਹ ਜਿਹੜਾ ਲਿਆਂਦਾ ਸੀ ਨਾ ਇਹ ਸ਼੍ਰੋਮਣੀ ਕਮੇਟੀ ਤੋਂ ਉੱਥੋਂ ਉਹਨਾਂ ਕੋਲ ਨਹੀਂ ਸੀ, ਦਰਬਾਰ ਸਾਹਿਬ ਤੋਂ ਨਹੀਂ ਸੀ ਲਿਆ। ਇਹ ਸਾਹਮਣੇ ਚਤਰ ਸਿੰਘ ਜੀਵਨ ਸਿੰਘ ਆ, ਉਹਨਾਂ ਕੋਲ ਉਦੋਂ ਉਹਨਾਂ ਨੇ ਬੈਨ ਨਹੀਂ ਸੀ ਕੀਤਾ ਹੋਇਆ ਕਿ ਅਸੀਂ ਇੱਥੇ ਇਸ ਘਰ 'ਚ ਅਸੀਂ ਆਏ ਹਾਂ 4 ਵਿੱਚ 2004 'ਚ ਇੱਥੇ ਆਏ। ਪਹਿਲਾਂ ਉੱਧਰ ਰਹਿੰਦੇ ਸੀਗੇ ਅਤੇ ਉਦੋਂ ਇੱਥੇ ਮੈਂ ਗ੍ਰੰਥ ਸਾਹਿਬ ਅਸੀਂ ਇੱਥੇ ਪਹਿਲਾਂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ, ਫਿਰ ਅਸੀਂ ਘਰ 'ਚ ਇੱਥੇ ਆਏ। ਸ੍ਰੀ ਮੈਂ ਇਸ ਕਰਕੇ ਪੁੱਛਿਆ ਅਕਾਲ ਤਖਤ ਸਾਹਿਬ ਨੂੰ ਵੀ ਤੁਸੀਂ ਨਤਮਸਤਕ ਹੋ? ਬਿਲਕੁਲ। ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ? ਅੱਛੇ ਲੋਕ ਹੈ, ਅੱਛੇ ਚੰਗੇ ਲੋਕ ਹੈ। ਅਕਾਲ ਤਖਤ ਦੇ ਜਥੇਦਾਰ ਕਹਿੰਦੇ ਨੇ, ਬਿਆਨ ਆਇਆ ਉਹਨਾਂ ਦਾ ਠੋਕ ਕੇ ਪੂਰਾ, ਕਿ RSS ਬੈਨ ਹੋਣੀ ਚਾਹੀਦੀ ਹੈ ਇੰਡੀਆ ਦੇ ਅੰਦਰ। ਇਹ ਉਹਨਾਂ ਦਾ ਔਨ ਰਿਕਾਰਡ ਬਿਆਨ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ। ਕਦੋਂ ਹੈ ਇਹ? ਕਈ ਵਾਰ ਦਿੱਤਾ ਉਹਨਾਂ ਨੇ, 5-6 ਵਾਰ। ਨਹੀਂ ਐਸਾ ਕੋਈ ਨਹੀਂ, ਮੈਂ ਤਾਂ ਨਹੀਂ ਪੜ੍ਹਿਆ ਕਦੇ। ਮੈਂ ਤੁਹਾਨੂੰ ਪੜ੍ਹਾ ਦੇਣਾ ਔਨ ਰਿਕਾਰਡ ਬਿਆਨ। ਚਲੋ ਹੋਏਗਾ ਕਿਤੇ ਫਿਰ, ਚਲੋ ਕੋਈ ਗੱਲ ਨਹੀਂ। ਉਹ ਕੋਈ ਐਸਾ ਹੈ ਜੀ ਅਨਫੋਰਚੂਨੇਟ। ਠੀਕ ਹੈ, ਮੈਂ ਪੁੱਛ ਰਿਹਾ ਕਿ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਇਸ ਬਿਆਨ, ਕਿਉਂਕਿ ਤੁਸੀਂ ਕਿਹਾ ਤੁਸੀਂ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋ। ਬਿਲਕੁਲ ਕਹੇ ਜਿਹੜਾ ਸਿੱਖ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹਰ ਗੱਲ ਨੂੰ ਮੰਨਦਾ। ਕੀ ਇਹ ਤੁਸੀਂ RSS ਦੇ ਪੰਜਾਬ ਚ ਮੁਖੀ ਹੋ? ਮੈਂ ਜਦੋਂ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਸੀਗਾ ਨਾ ਜੀ 400 ਸਾਲਾ ਮਨਾਉਣਾ ਸੀ ਨਾ ਜੀ, ਉਦੋਂ ਕੀ ਹੋਇਆ ਸੀ ਵੀ ਜਿਹੜੇ ਇੱਕ ਰਾਸ਼ਟਰੀ ਸਿੱਖ ਸੰਗਤ ਹੈਗੀ ਹੈ ਉਹਦੇ ਜਿਹੜੇ ਚੀਫ ਨੇ ਨਾ, ਮਤਲਬ ਪੰਜਾਬ ਚ ਰੋਦਾ ਸਿੰਘ ਉਹਨਾਂ ਦੇ ਚੀਫ ਮਾਰੇ ਵੀ ਗਏ ਸੀ। ਨਹੀਂ ਪੰਜਾਬ ਚ ਰਹੇ ਹੋ, ਪਰ ਜਿਹੜੀ ਮਤਲਬ ਆਲ ਇੰਡੀਆ ਦੇ ਵਿੱਚ ਹੈਗੇ ਨੇ ਉਸਤਾਦ ਗੁਰਚਰਨ ਸਿੰਘ ਗਿੱਲ ਹੈ। ਗੁਰਚਰਨ ਸਿੰਘ ਗਿੱਲ ਉੱਥੇ ਰਾਜਸਥਾਨ ਚ ਹੁੰਦੇ ਆ। ਉਹ ਐਡਵੋਕੇਟ ਜਨਰਲ ਵੀ ਉੱਥੇ ਡਿਪਟੀ ਐਡਵੋਕੇਟ ਜਨਰਲ ਰਹੇ ਹੈ। ਐਡਵੋਕੇਟ ਨੇ, ਅੰਮ੍ਰਿਤਧਾਰੀ ਸਿੱਖ ਨੇ। ਉੱਥੇ ਜਦੋਂ ਅੱਤਵਾਦ ਦੇ ਵਿੱਚ ਜਿਹੜੇ ਸਿੱਖ ਜਿਨ੍ਹਾਂ 'ਤੇ ਕੇਸ ਚੱਲਦੇ ਸੀ ਉੱਥੇ ਰਾਜਸਥਾਨ ਦੇ ਵਿੱਚ, ਉਹ ਕੇਸ ਫ੍ਰੀ ਲੜਦੇ ਹੁੰਦੇ ਸੀ ਉੱਥੇ। ਉਹ ਗੁਰਚਰਨ ਸਿੰਘ ਹੋਰੀ ਫ੍ਰੀ ਲੜਦੇ ਰਹੇ ਉੱਥੇ ਕੋਰਟ 'ਚ, ਉੱਥੇ ਹਾਈ ਕੋਰਟ 'ਚ ਜਾਂ ਜਿੱਥੇ ਥੱਲੇ ਵਾਲੀ ਕੋਰਟ 'ਚ, ਜਿੱਥੇ ਵੀ ਕੇਸ ਸੀਗੇ। ਅਤੇ ਇੱਥੋਂ ਜਿਹੜੇ ਸੀ ਉਹ ਜਾਂਦੇ ਸੀਗੇ ਇਹਨਾਂ ਦੇ, ਇੱਥੇ ਜਿਹੜੇ ਜਾਂਦੇ ਸੀ ਉਹ ਪੈਸੇ ਪਤਾ ਨਹੀਂ ਕਿੰਨੇ 1000 ਰੁਪਈਆ ਲੈ ਕੇ ਤੇ ਇੱਥੇ ਟੈਕਸੀਆਂ ਕਰਕੇ ਜਾਣਾ ਅਤੇ ਟੈਕਸੀਆਂ ਕਰਕੇ ਆਉਣਾ, ਉਹ ਪੈਸੇ ਖਰਚਦੇ ਸੀ। ਪਰ ਕੀ ਤੁਸੀਂ ਇਹ ਬਿਆਨ ਤੇ ਕੀ ਕਹੋਗੇ ਜਿਹੜਾ RSS ਦੇ ਬਾਰੇ ਅਕਾਲ ਤਖਤ ਦੇ ਜਥੇਦਾਰ ਕਹਿੰਦੇ ਨੇ RSS ਬੈਨ ਹੋਣੀ ਚਾਹੀਦੀ? ਤੁਸੀਂ RSS ਦੇ ਮੁਖੀ ਹੋ, ਸਿੱਖ ਹੋ। ਮੈਂ ਸਮਝਾਇਆ ਉਹਨਾਂ ਨੂੰ ਕੋਈ ਭੁਲੇਖਾ ਹੋਏਗਾ, ਐਸਾ ਕੋਈ ਐਸੀ ਗੱਲ ਨਹੀਂ ਹੈ। ਸਿੱਖ ਕਦੀ RSS ਨੇ ਮੈਨੂੰ ਕੋਈ ਵੀ ਬੰਦਾ ਦੱਸ ਦੇਵੇ ਕਿ RSS ਦੀ ਕੀ ਮਾੜੀ ਗੱਲ ਹੈ, ਇਹ ਕੋਈ ਮੈਨੂੰ ਤੁਸੀਂ ਦੱਸ ਦਿਓ ਜਾਂ ਕੋਈ ਹੋਰ ਵੀ ਕੋਈ। ਮੈਂ ਤਾਂ ਕਰਕੇ ਤੁਹਾਨੂੰ ਇਹ ਨਾ ਲੱਗਿਆ ਸੀ, ਵੈਸੇ ਕਹਿੰਦੇ ਆ ਉਹਨਾਂ ਦੇ ਬਿਆਨ ਦੇਖ ਲਓ, ਹੋਏਗਾ ਕਲੀਅਰ ਸਟੈਂਡ ਔਨ ਅਕਾਲ ਤਖਤ ਜਥੇਦਾਰ RSS ਬੈਨ। ਇਹ ਕਿਸੇ ਨੇ ਕਿਹਾ ਹੋਏਗਾ? ਨਹੀਂ, ਅਕਾਲ ਤਖਤ ਜਥੇਦਾਰ ਨੇ ਕਿਹਾ। ਆ ਦੇਖੋ ਰਿਪੋਰਟ ਕਿਹਦੀ ਹੈ? ਟ੍ਰਿਬਿਊਨ ਦੀ ਹੈ। RSS ਆਊਟ ਆਫ ਫਾਰਮ ਪੀਸ ਇਨ ਕੰਟਰੀ ਕਲੇਮ ਜਥੇਦਾਰ। RSS ਅਕਾਲ ਤਖਤ ਚੀਫ ਕਾਲਡ ਫਾਰ RSS ਟੂ ਬੀ ਬੈਨਡ। ਇਹ ਪੰਜਾਬ ਦੇ ਅਖਬਾਰਾਂ ਦੀਆਂ ਸੁਰਖੀਆਂ ਨੇ। ਉਹਨਾਂ ਨੂੰ ਕੋਈ ਜਿਹੜੇ ਐਸੇ ਨਾ ਕੋਈ ਸਲਾਹ ਦੇਣ ਵਾਲੇ ਕੋਈ ਗਲਤ ਦੇਂਦੇ ਹੋਣਗੇ। ਮੈਂ ਤੁਹਾਨੂੰ ਦੱਸਣਾ, ਮੈਂ ਤੁਹਾਨੂੰ ਦੱਸਣ ਲੱਗਾ ਸੀ ਵੀ ਇਹ ਜਦੋਂ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਮਨਾਉਣਾ ਸੀ ਨਾ ਜੀ, ਉਦੋਂ ਸੰਤ ਸਿੰਘ ਮਸਕੀਨ ਤੁਸੀਂ ਸੁਣਿਆ ਹੋਏਗਾ ਜੀ, ਕਥਾਵਾਚ ਸੀਗੇ। ਉਹਨਾਂ ਦੇ ਬੇਟੇ ਦੀ ਸ਼ਾਦੀ ਸੀਗੀ ਦਿੱਲੀ, ਅਤੇ ਉਹਨਾਂ ਨੇ ਗੁਰਚਰਨ ਸਿੰਘ ਗਿੱਲ ਹੋਰਾਂ ਨੂੰ ਸੱਦਿਆ ਸੀ ਉੱਥੇ ਉਹਦੀ ਸ਼ਾਦੀ 'ਤੇ। ਵਿੱਚ ਉਹ ਇਕੱਠੇ ਸੀਗੇ ਉੱਥੇ, ਇੱਕੋ ਥਾਂ 'ਤੇ ਭਰਤਪੁਰ ਰਹਿੰਦੇ ਹੁੰਦੇ ਸੀ ਉਦੋਂ, ਵੀ ਤੁਸੀਂ ਵੀ ਆਇਓ ਸ਼ਾਦੀ 'ਤੇ ਆਏ। ਅਤੇ ਇੱਥੋਂ ਆਪਣੇ ਵੇਦਾਂਤੀ ਜੀ ਸੀਗੇ ਉਦੋਂ, ਮੇਰਾ ਖਿਆਲ ਤੱਕ ਹਾਲ ਤੱਕ ਜੈਸੇ SPC ਦੇ ਵੇਦਾਂਤੀ ਸੀਗੇ। ਵੇਦਾਂਤੀ ਹੋਰਾਂ ਦਾ ਵੀ ਇੱਕ ਹੁਕਮਨਾਮਾ ਰਾਸ਼ਟਰੀ ਸਿੱਖ ਸੰਗਤ ਦੇ ਖਿਲਾਫ। ਆਹੋ ਮੈਨੂੰ ਪਤਾ, ਮੈਂ ਤੁਹਾਨੂੰ ਦੱਸ ਦਿੰਦਾ। ਰਾਸ਼ਟਰੀ ਸਿੱਖ ਸੰਗਤ ਸਿੱਖਾਂ ਦੇ ਮਸਲਿਆਂ ਨੂੰ ਹਾਈਜੈਕ ਕਰ ਰਹੀ ਹੈ। ਮੈਂ ਤੁਹਾਨੂੰ ਦੱਸਣਾ,
ਉੱਥੇ ਬੈਠ ਕੇ ਉਹਨਾਂ ਨੇ ਗੱਲ ਕੀਤੀ ਗੁਰਚਰਨ ਸਿੰਘ ਵਾਲੇ ਕਿ ਵਿਦਿਆਂਤੀ ਸਾਡਾ ਜੀ ਕਰਦਾ ਹੈ ਵੀ ਜਿਹੜੇ 400 ਸਾਲਾ ਹੋਣਾ ਨਾ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਦੀ ਬਾਣੀ ਹੈ 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵੀ ਉਹਨਾਂ ਭਗਤਾਂ ਤੋਂ ਜਿਹੜੇ ਛੱਡੋ ਬਾਹਰ ਰਹਿ ਗਏ ਮਾਨੋ ਕੋਈ ਸਿੰਧ 'ਚ ਰਹਿ ਗਿਆ ਤਾਂ ਛੱਡੋ ਜਿਹੜੇ ਬਾਕੀ ਹਿੰਦੁਸਤਾਨ 'ਚ ਜਿੱਥੇ ਜਿੱਥੇ ਵੀ ਨੇ ਜਿੱਦਾਂ ਮੈਨੂੰ ਨਾਮਦੇਵ ਜੀ ਮਹਾਰਾਸ਼ਟਰ 'ਚ ਹੈ ਕਬੀਰ ਜੀ ਯੂਪੀ 'ਚ ਸੀਗੇ ਇੱਦਾਂ ਦੇ ਜਿੱਥੇ ਭਗਤਾਂ ਦੀ ਬਾਣੀ ਦੇ ਜਿੱਥੇ ਜਿੱਥੇ ਉਹਦੇ ਪ੍ਰਮੁੱਖ ਸਥਾਨ ਸੀਗੇ ਉੱਥੋਂ ਅਸੀਂ ਲੈ ਕੇ ਆਈਏ ਯਾਤਰਾਵਾਂ ਆ ਕੇ ਇਕੱਠੀਆਂ ਹੋਣਗੀਆਂ ਦਿੱਲੀ ਇਕੱਠੀਆਂ ਹੋ ਜਾਣ ਅਸੀਂ ਫਿਰ ਉੱਥੋਂ ਲਿਆ ਕੇ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਲਿਆਵਾਂਗੇ ਉਹਨੇ ਕਿਹਾ ਜੀ ਬਹੁਤ ਅੱਛੀ ਗੱਲ ਹੈ ਵਧੀਆ ਗਾਂਧੀ ਵੀ ਕਹਿੰਦਾ ਠੀਕ ਹੈ ਤੁਸੀਂ ਆ ਜਾਓ ਉੱਥੇ ਅਸੀਂ ਇਹਦਾ ਕਰ ਲੈਂਦੇ ਹਾਂ ਉੱਥੇ ਗਏ 2-3 ਵਾਰੀ ਗਏ ਸਰਦਾਰ ਚਰਨਜੀਤ ਸਿੰਘ ਜੀ ਵੀ ਨਾਲ ਸੀਗੇ ਤੇ ਉਹ ਇਕੱਠੇ ਹੋ ਕੇ ਉਹਨਾਂ ਨੇ ਸਾਰਾ ਕੁਝ ਕਿਹਾ ਮੰਨ ਲਿਆ ਔਰ ਸਾਰਾ ਗੱਲਬਾਤ ਹੋ ਗਈ ਹਾਂ ਜੀ ਤੁਸੀਂ ਕਰੋ ਠੀਕ ਹੈ ਓਕੇ ਹੋ ਗਈ ਉਹ ਕਿਸੇ ਨੇ ਉਹਨਾਂ ਨੂੰ ਮੁੜ ਕੇ ਇਹੋ ਜਿਹੜੇ ਮਤਲਬ ਜਿੱਦਾਂ ਤੁਹਾਡੇ ਰੈਡੀਕਲਸ ਨੇ ਇਹ ਤੁਸੀਂ ਇਹਨਾਂ ਨੂੰ ਕਿੱਦਾਂ ਦੇ ਦਿੱਤਾ ਸਿੱਖ ਸੰਗਤ ਨੂੰ ਇਹ ਤਾਂ RSS ਦੀ ਹੈ ਇਹਨਾਂ ਨੂੰ ਮਤ ਕਰੋ ਉਹਦਾ ਇੱਕ ਦਿਨ ਬਿਆਨ ਆ ਗਿਆ ਮੇਰਾ ਖਿਆਲ ਉਦੋਂ ਮੇਰਾ ਹੁਕਮਨਾਮਾ ਉਹ ਆਹੋ ਬਿਆਨ ਹੁਕਮਨਾਮਾ ਨਹੀਂ ਸੀਗਾ ਉਹਨਾਂ ਦੀ ਲੈਟਰ ਪੈਡ ਤੇ ਆ ਆਹੋ ਉਹਦੇ 'ਚ ਆਇਆ ਸੀ ਕਿ ਵੀ ਤੁਸੀਂ ਸਿੱਖ ਸੰਗਤ ਨਾਲ ਔਰ RSS ਨਾਲ ਕੋਈ ਵਾਹ ਨਾ ਰੱਖੋ ਇਹਨਾਂ ਦੇ ਨਾਲ ਕੋਈ ਸਹਿਯੋਗ ਨਾ ਦਿਓ ਕਿਉਂਕਿ ਇਹ ਐਂਟੀ ਸਿੱਖ ਨੇ ਉਹਦੇ ਬਾਅਦ ਮੈਂ ਚਿੱਠੀ ਲਿਖੀ ਆਪਣੇ ਅਕਾਲ ਤਖਤ ਨੂੰ ਗੁਰਚਰਨ ਸਿੰਘ ਉਹਨਾਂ ਨੇ ਸਿੱਖ ਸੰਗਤ ਵੱਲੋਂ ਲਿਖੀ ਮੈਂ RSS ਵੱਲੋਂ ਲਿਖੀ ਅਸੀਂ ਉੱਥੇ ਗਏ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਪੁੱਛਿਆ ਸਾਨੂੰ ਦੱਸੋ ਤਾਂ ਸਹੀ ਵੀ ਕਿੱਥੇ ਯਾਨੀ RSS ਨੇ ਕਿਹੜੀ ਮਾੜੀ ਗੱਲ ਜਿਹੜੀ ਹੈ ਜਿਹੜੀ ਤੁਹਾਨੂੰ ਲੱਗਦੀ ਹੈ ਭਾਰਤ ਨੂੰ ਤੁਸੀਂ ਹਿੰਦੂ ਰਾਸ਼ਟਰ ਮੰਨਦੇ ਹੋ ਅਸੀਂ ਜਿਸ ਵੇਲੇ ਹਿੰਦੂ ਰਾਸ਼ਟਰ ਦੀ ਉਹ ਗੱਲ ਕਰਦੇ ਹਾਂ ਨਾ ਤੇ ਹਿੰਦੂ ਲਫ਼ਜ਼ ਜਿਹੜਾ ਹੈ ਤੁਸੀਂ ਦੇਖੋ ਕਿਤੇ ਤੁਹਾਨੂੰ ਰਾਮਾਇਣ 'ਚ ਮਿਲਦਾ ਰਾਮਾਇਣ ਜਾਂ ਮਹਾਭਾਰਤ ਜਿਹੜੇ ਨੇ ਗੀਤਾ ਹੈ ਉਹਦੇ ਵਿੱਚ ਕਿਤੇ ਤੁਹਾਡੇ ਕੋਈ ਜਿਹੜੇ ਸਾਰੇ ਨੇ ਕਿਤੇ ਹਿੰਦੂ ਲਫ਼ਜ਼ ਹੈ ਹੀ ਨਹੀਂ ਐਕਚੁਅਲੀ ਹਿੰਦੂ ਲਫ਼ਜ਼ ਬਹੁਤ ਬਾਅਦ 'ਚ ਆਇਆ ਔਰ ਮੁਸਲਮਾਨਾਂ ਦੇ ਕਰਕੇ ਆਇਆ ਵੀ ਇਹ ਮੁਸਲਮਾਨ ਹਿੰਦੂ ਔਰ ਉਹਨਾਂ ਨੇ ਵੀ ਅੱਜ ਗੁਰਬਾਣੀ 'ਚ ਵੀ ਤੁਸੀਂ ਦੇਖੋ ਕਈ ਥਾਂ 'ਤੇ ਇੱਥੇ ਨਾ ਸੱਸੇ ਨੂੰ ਹਾਹਾ ਕਰਕੇ ਕਰਦੇ ਜਿੱਦਾਂ ਤੁਸੀਂ ਕਹੇ ਹੱਬੇ ਕਾਜ ਸਵੇਲੜੇ ਥੀਏ ਸੱਬੇ ਨਹੀਂ ਸਾਹ ਦੀ ਥਾਂ 'ਤੇ ਹਾ ਆ ਜਾਂਦਾ ਕਈ ਥਾਂ 'ਤੇ ਆਉਂਦਾ ਸੋ ਉਹ ਸਿੰਧੂ ਤੇ ਤਨ ਤੋਂ ਹਿੰਦੂ ਲਫ਼ਜ਼ ਬਣ ਗਏ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਿੱਖ ਵੀ ਜਿਹੜਾ ਹੈ ਦੇਖੋ ਮੈਂ ਇਹ ਕਹਿਣਾ ਅੱਜ ਇਹ ਕੀਤੇ ਅੰਗਰੇਜ਼ਾਂ ਦੀ ਸਾਰੀ ਚਾਲਾਂ ਨੇ ਅੰਗਰੇਜ਼ਾਂ ਨੇ ਸਾਰਾ ਕੁਝ ਕੀਤਾ ਗੜਬੜ ਜਿਹੜੀ ਹੈ ਰਿਲੀਜਨ ਔਰ ਧਰਮ ਦੇ ਆਰ ਟੂ ਡਿਫਰੈਂਟ ਥਿੰਗਸ ਰਿਲੀਜਨ ਔਰ ਧਰਮ ਇੱਕ ਨਹੀਂ ਹੈ ਚੀਫ ਤੇ ਕਹਿੰਦੇ ਨੇ ਕਿ ਹਿੰਦੂ ਰਾਸ਼ਟਰ ਹੈ ਅਰੇ ਭਾਈ ਤੋ ਹਿੰਦੂ ਦੀ ਉਹ ਕੀ ਪਰਿਭਾਸ਼ਾ ਦਿੰਦੇ ਆ ਬਈ ਜਿਹੜਾ ਜਿਹੜੀ ਤੁਹਾਡੀ ਪਰਿਭਾਸ਼ਾ ਮੁਤਾਬਕ ਕੀ ਕਹਿ ਰਿਹਾ ਮੈਂ ਜਿਹੜਾ ਹਿੰਦੁਸਤਾਨ ਨੂੰ ਇਹ ਆਪਣੀ ਮਾਤ ਭੂਮੀ ਆਪਣੀ ਪਿੱਤਰ ਭੂਮੀ ਮੰਨਦਾ ਹੈ ਜਿਹੜੇ ਇੱਥੋਂ ਦੇ ਮਹਾਂਪੁਰਸ਼ਾਂ ਨੂੰ ਆਪਣਾ ਮਹਾਂਪੁਰਸ਼ ਬਣਦਾ ਉਹ ਹਿੰਦੂ ਹੈ ਉਹਨਾਂ ਦੀ ਪਰਿਭਾਸ਼ਾ ਇਹ ਹੈ ਉਹ ਫਿਰ ਕੋਈ ਵੀ ਉਹਨੂੰ ਤੁਸੀਂ ਜੋ ਕਾਲੇ ਹਿੰਦੁਸਤਾਨ ਜਿਹਨੂੰ ਤੁਸੀਂ ਅਸੀਂ ਹਿੰਦੁਸਤਾਨੀ ਕਹਿ ਲਓ ਜਾਂ ਤੁਸੀਂ ਭਾਰਤੀ ਕਹਿ ਲਓ ਜਿਹਨੂੰ ਉਹ ਹੀ ਹੈ ਤਾਂ ਸਿੱਖ ਕੋਈ ਵੱਖਰੀ ਆਇਡੈਂਟੀਟੀ ਹੈ ਜਾਂ ਸਿੱਖ ਮੇਰੀ ਗੱਲ ਸੁਣੋ ਇੱਕ ਘਰ ਹੈ ਅਸੀਂ 2 ਭਰਾ ਹਾਂ ਜਾਂ ਪਤੀ ਹੈ ਪਤਨੀ ਹੈ ਉਹਨਾਂ ਦੀ ਆਇਡੈਂਟੀਟੀ ਵੱਖਰੀ ਹੈ ਕਿ ਨਹੀਂ ਕਿ ਕੋਈ ਆਇਡੈਂਟੀਟੀ ਹੈ ਤੁਹਾਡੀ ਅਲੱਗ ਭਰਾਵਾਂ ਦੀ ਵੱਖਰੀ ਹੈ ਨਾ ਬਟ ਦੇ ਬਿਲੋਂਗ ਟੂ ਵਨ ਫੈਮਿਲੀ ਇਸੇ ਤਰ੍ਹਾਂ ਹੀ ਸਿੱਖ ਵੀ ਇਸ ਮੁਲਕ ਦੀ ਇੱਕ ਫੈਮਿਲੀ ਹੈ ਇਹ ਸਾਡਾ ਵੱਖਰਾ ਅਸੀਂ ਉਹਨਾਂ ਹੈ ਨੇ ਉਹ ਤਾਂ ਲਿਖ ਕੇ ਦਿੱਤਾ ਹੋਇਆ ਉੱਥੇ ਜਦੋਂ ਮਿਨਾਰਟੀ ਕਮਿਸ਼ਨ ਸਰਦਾਰ ਤਰਲੋਚਨ ਸਿੰਘ ਸੀਗਾ ਸੁਣਿਆ ਨਾ ਤੁਸੀਂ ਸੁਣਿਆ ਹੈ ਉਹ ਕਾਂਗਰਸ ਦੁਆਰਾ ਨਾਮੀਨੇਟ ਉੱਥੇ ਸੀਗਾ ਉਹ ਜਦੋਂ ਬਣਿਆ ਹੋਇਆ ਉਹ ਮਿਨਾਰਟੀ ਕਮਿਸ਼ਨ ਦਾ ਚੇਅਰਮੈਨ ਸੀ ਉਦੋਂ ਬਕਾਇਦਾ ਤੌਰ ਦੇ ਉੱਤੇ RSS ਵੱਲੋਂ ਇਹ ਮਨਮੋਹਨ ਵੈਦਿਆ ਜੀ ਦੇ ਪਿਤਾ ਜੀ ਸੀਗੇ ਮਾਂ ਗੋ ਵੈਦਿਆ ਉਹ ਮਾਧਵ ਗੋਬਿੰਦ ਵੈਦਿਆ ਉਹ ਜਾ ਕੇ ਲਿਖ ਕੇ ਦੇ ਕੇ ਆਏ ਸੀ ਵੀ ਅਸੀਂ ਸਿੱਖਾਂ ਦੀ ਇੱਕ ਵੱਖਰੀ ਜਿਹੜੀ ਹੈ ਉਹਨੂੰ ਹੋਂਦ ਨੂੰ ਅਸੀਂ ਮੰਨਦੇ ਹਾਂ ਅਸੀਂ ਲਿਖ ਕੇ ਦਿੱਤਾ ਹੋਇਆ ਕਿੱਥੇ ਕੋਈ ਤੁਸੀਂ ਉਹਨੂੰ ਐਵੇਂ ਸਿੱਖ ਵਾਰ-ਵਾਰ ਤੁਹਾਨੂੰ ਵੀ ਪਤਾ ਜਥੇਦਾਰਾਂ ਦੇ ਬਿਆਨ ਆਉਂਦੇ ਨੇ ਕਿ ਅਸੀਂ ਹਿੰਦੂ ਧਰਮ ਦਾ ਹਿੱਸਾ ਨਹੀਂ ਆ ਸਾਡੀ ਇੱਕ ਵੱਖਰੀ ਆਇਡੈਂਟੀਟੀ ਹੈ ਸਾਡਾ ਇਹ ਗੱਲ ਬਿਆਨ ਆਉਂਦੇ ਨੇ ਐਸਾ ਆਇਡੈਂਟੀਟੀ ਹੈਗੀ ਹੈ ਮੈਂ ਕਦੋਂ ਕਹਿੰਦਾ ਮੇਰੀ ਆਇਡੈਂਟੀਟੀ ਵੱਖਰੀ ਹੈ ਬਈ ਗੁਰੂਆਂ ਨੇ ਕੀ ਕਿਹਾ ਕਿਤੇ ਮੇਰੀ ਗੱਲ ਸੁਣੋ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਜਿਹੜਾ ਹੋਇਆ ਸੀਗਾ ਗੁਰੂ ਮਾਨਿਓ ਗ੍ਰੰਥ ਆਉਂਦਾ ਨਾ ਹੈ
सब सिखन को हुक्म है गुरु मान्यो ग्रंथ। उस तो पहली लाइन की है, तभी चलायो पंथ। जुड़िया गया तो ऐसा ऐसा है कि पंथ है, सिख एक पंथ है, जिदा ना वो संस्कृत है भाई रस्ते अनेक ने, है जी, रब इक्को ही है, मंजिल इक्को ही है, तो ਉਹਦੇ ਵੱਖਰੇ ਵੱਖਰੇ ਰਸਤੇ ਹੋ ਸਕਦੇ ਆ ਜਾਣ ਦਾ, ਕੋਈ ਇੱਥੋਂ ਦੀ ਜਾਂਦਾ, ਕੋਈ ਉੱਧਰ ਜਾਂਦਾ, ਦਿਸ ਇਜ਼ ਦ ਸੇਮ। ਮਤਲਬ ਅਸੀਂ ਉਹਦੇ ਨਾਂ 'ਤੇ ਅੱਜ ਜੈਨ ਵੀ ਹੈ, ਜੈਨ ਵੀ ਇੱਕ ਮਤਲਬ ਪੰਥ ਹੀ ਹੈ ਨਾ, ਬੁੱਧਿਜ਼ਮ ਵੀ ਇੱਦਾਂ, ਕੋਈ ਅਨੇਕ ਨੇ, ਸਾਰੇ ਪੰਥ ਨੇ। ਹੁਣ ਜਿਹੜੇ ਮੁਸਲਮਾਨ ਵੀ ਨੇ, ਮੈਂ ਤਾਂ ਕਹਿਣਾ ਵੀ ਮੁਸਲਮਾਨ ਨੇ, ਤੁਸੀਂ ਠੀਕ ਹੈ, ਤੁਹਾਨੂੰ ਤੁਸੀਂ ਆਪਣੀ ਜਾ ਕੇ ਉਹ ਸਾਰੀ ਜਿਹੜੀ ਹੈ ਨਮਾਜ਼ ਪੜ੍ਹੋ, ਉੱਥੇ ਜਾਓ ਕਰੋ, ਠੀਕ ਹੈ, ਅਸੀਂ ਸਾਨੂੰ ਕਿਸੇ ਦਾ ਇਤਰਾਜ਼ ਨਹੀਂ, ਪਰ ਤੁਸੀਂ ਜਿਸ ਵੇਲੇ ਉਹ ਕਿਸੇ ਨੂੰ ਉਹ ਕਨਵਰਟ ਕਰਨਾ ਚਾਹੁੰਦੇ ਹੋ ਠੱਗੀ ਨਾਲ, ਜ਼ੋਰ ਜ਼ਬਰਦਸਤੀ ਨਾਲ, ਹਾਂਜੀ, ਲਾਲਚ ਦੇ ਕੇ, ਦੈਟ ਇਜ਼ ਰੋਂਗ। ਜਾਂ ਕ੍ਰਿਸਚਨ ਵੀ ਇੱਦਾਂ ਕਰਦੇ ਹੈ, ਗਲਤ ਹੈ। ਬਾਕੀ ਕੋਈ ਕਿਸੇ ਨੂੰ ਕੋਈ ਤਰ੍ਹਾਂ ਸਾਨੂੰ ਕੀ ਹੈ, ਸਾਡੇ ਨੇ ਉਹ ਬੰਦੇ ਹੈਗੇ ਨੇ ਅੱਜ ਵੀ ਮੈਂ ਤੁਹਾਨੂੰ ਦੱਸਣਾ, ਸਿੱਖਾਂ ਦੀ ਪਛਾਣ ਇੱਕ ਵੱਖਰੀ ਪਛਾਣ ਆ, ਤੁਸੀਂ ਮੰਨਦੇ ਹੋ? ਬਿਲਕੁਲ ਮੰਨੇ। ਧਾਰਾ 25 'ਚ ਅਮੈਂਡਮੈਂਟ ਹੋਣੀ ਚਾਹੀਦੀ ਹੈ, ਅਕਾਲੀ ਦਲ ਦੀ ਮੰਗ ਰਹੀ ਹੈ ਕਿ ਧਾਰਾ 25 ਕਹਿੰਦੀ ਹੈ ਸੰਵਿਧਾਨ ਦੀ ਕਿ ਸਿੱਖਾਂ ਦਾ ਸਾਰਾ ਕੁਝ ਇੱਕ ਤਰ੍ਹਾਂ ਹਿੰਦੂਆਂ ਵਾਂਗੂ ਉਹਨਾਂ ਨੂੰ ਦੇਖਿਆ, ਹਿੰਦੂਆਂ ਦੇ ਅਕੋਰਡਿੰਗ ਹੀ ਦੇਖਿਆ ਜਾਂਦਾ। ਧਾਰਾ 25 'ਚ ਅਮੈਂਡਮੈਂਟ ਹੋਣੀ ਚਾਹੀਦੀ ਹੈ, ਅਨੰਦਪੁਰ ਦੇ ਮਤੇ ਦੀ ਮੰਗ ਸੀ ਇਹ। ਐਸਾ ਹੈ ਕਿ ਉਹਦੇ 'ਚ ਕੋਈ ਤੁਹਾਨੂੰ ਕਈ ਗੱਲਾਂ ਜਿਹੜੀਆਂ ਨਾ, ਜਿੱਦਾਂ ਹੁਣ ਹਿੰਦੂ ਕੋਡ ਬਿੱਲ ਹੈ ਬਣਿਆ ਨਾ, ਰੌਲਾ ਬੜਾ ਪੈਂਦਾ यूनिफॉर्म सिविल कोड, पता है मंग करते हैं ना लोग, कौन करता एक होना चाहिए है, एक होना चाहिए सारा लिए, कौन अलग पर्सनल लॉ क्यों ने हैं हैं ना, अलग अलग तरह ਦੇ ਤੁਹਾਨੂੰ ਹੈਰਾਨੀ ਹੋਏਗੀ ਵੀ ਗੁਲਵਲਕਰ ਜੀ ਨੇ ਕਿਹਾ ਸੀ ਵੀ ਇਹ ਗਲਤ ਹੈ, ਨਹੀਂ ਹੋਣਾ ਚਾਹੀਦਾ, ਸਾਨੂੰ यूनिफॉर्म सिविल कोड नहीं होनी चाहिए। अरे हर एक गुलदस्ता है, ਤਾਂ ਧਾਰਾ 25 'ਚ ਅਮੈਂਡਮੈਂਟ ਹੋਣੀ ਚਾਹੀਦੀ ਹੈ, ਹੋਣੀ ਹੈ, ਤਾਂ ਬੇਸ਼ੱਕ ਹੋ ਜਾਏ, ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਨੰਦਪੁਰ ਦੇ ਮਤੇ ਤੋਂ ਲੈ ਕੇ ਸਿੱਖਾਂ ਦੀ ਇੱਕ ਵੱਡੀ ਮੰਗ ਹੈ। ਪੋਲੀਟੀਕਲ ਮਸਲੇ ਇੱਕ ਵੱਖਰੀ ਗੱਲ ਹੈ, ਅਸੀਂ ਉਹਦੇ 'ਚ ਆਪਾਂ ਪੈਂਦੇ ਨਹੀਂ ਬਹੁਤੀ, ਕਿੱਦਾਂ ਚੱਲਦੇ ਆ ਕੀ ਨਹੀਂ ਚੱਲਦੇ, ਪੋਲੀਟਿਕਸ ਨੂੰ ਨਾ ਕਰੀਏ। ਪਰ ਜੇ ਸੈਟੀਸਫਾਈਡ ਹੁੰਦੇ ਸਿੱਖ ਤੁਹਾਨੂੰ ਲੱਗਦਾ ਹੋ ਜਾਣੀ ਚਾਹੀਦੀ ਹੈ। ਐਸਾ ਹੈ ਕਿ ਗੱਲ ਸੁਣੋ, ਸੈਟਿਸਫੈਕਸ਼ਨ ਕਿਸੇ ਦੀ ਕਦੀ ਨਹੀਂ ਹੋ ਹੀ ਨਹੀਂ ਸਕਦੀ, ਕਦੀ ਨਹੀਂ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਸੀਏ ਦੇ ਵਿੱਚ ਹੋਇਆ, केरल जज पर ਆਪਾਂ ਇੱਥੇ ਅਜੇ ਪਰ ਬਾਅਦ ਚੋਂ ਤੇ ਆ ਜਾਣੇ। ਮੈਂ ਕਹਿ ਰਿਹਾ ਕਿ ਧਾਰਾ 25 ਦੀ ਅਮੈਂਡਮੈਂਟ ਅਗਰ ਮੰਗਦੇ ਆ ਸਿੱਖ ਤਾਂ ऐसा है कि वो सारी पॉलिटिक्स तो चलती है कि सिख इज़ ए नॉट ए रिलीजन, सिख पंथ है, रिलीजन जो है ना, सिख धर्म नहीं है, सिख रिलीजन है। पर सिख तो कहते धर्म आ साडा, कई जान गलत है वो। मेरा मतलब यह है कि फिर गुरु गोबिंद सिंह कह दें, मना कर दें। गुरु गोबिंद सिंह जी जिसले लिखा, गुरु गोबिंद सिंह की बाणी जो तुम पढ़ो, धर्म चलावन संत उबारन दुष्ट सबन को मूल उबारन, कहते हैं ना, पढ़े सुने होएगा ना। यहाँ काज दराम जन्मंग समझ ले साधु सब मनमंग, धर्म चलावन दुष्ट उपारन। तो वो सारा जोड़ा है वो की आया धर्म चलावन, वो धर्म केड़ा चलाना उन्होंने, वो धर्म की गल जिसले आती है ना, धर्म जोड़ा है ना, धर्म उच्ची असी कह धर्म कंडा है कहते हो ना, धर्मशाला है की की मतलब धर्मशाला हिंदुओं का या मुसलमानों का, या धर्म कंडा है मुसलमान का है, क्रिश्चन का है, हिंदू का, किदा है, की कहोगे तुम उन्होंने। भाई धर्म इज़ डिफरेंट थिंग, रिलीजन इज़ वक्र, पंथ जोड़ा है वो एक वक्री जड़े। हिंदू एक धर्म, हिंदू संस्कृति है, हिंदू धर्म नहीं है। धर्म जो तुम कहोगे तो एक सनातन तो चले आंदा जो वो धर्म है, जिहदे विच असीं कहने आ कि भी तुसीं सच बोलना, अच्छे काम करने, चंगियाई करनी, चोरी नहीं करनी, ठगी नहीं करनी, ये धर्म की चीज़ां ने। धर्म ये है, धर्म जी मौजूदा व्याख्या मॉडर्न दिनों चो तो यही है ना। मॉडर्न ला के तू मॉडर्न ला के सानू अंग्रेज़ों ने बहुत कुछ बिगाड़िया साडा। तो तुहानू लगदा हिंदू भी धर्म नहीं है? हैं हिंदू भी धर्म नहीं है? हिंदू हाँ उस तरह धर्म नहीं है। तुसीं धर्म जिस वेले कहंदे हो नाराज़ ना हो जाण तुहाडे नाल, मैं तां हाँ बेशक मैं वो धर्म के नाते हिंदू धर्म नहीं है उहदा, जिद्दां तुसीं जिस चीज़ नूं तुसीं जिवें व्याख्या हुंदी है, जिवें व्याख्या हो रही है धर्म की मौजूदा दौर च, हाँ उस ढंग दे नाल नहीं है। मैं कहांगा भी नहीं है। वैसे धर्म है, हैं वैसे धर्म है। धर्म ते साडा धर्म एक जिवें हिंदू धर्म है उवें सिख धर्म है, फिर हैं जिवें हिंदू धर्म है जी कह लो बेशक तुसीं हिंदू
ਜਿਹੜੀ ਹੈ ਨਾ, ਮੈਂ ਪਹਿਲੇ ਤੁਸੀਂ ਰਿਲੀਜਨ ਨੂੰ ਧਰਮ ਦੇ ਨਾਲ ਨਾ ਜੋੜੋ। ਇਹ ਸਾਰੀ ਗੜਬੜ ਇੱਥੋਂ ਸ਼ੁਰੂ ਹੁੰਦੀ ਹੈ, ਜਦੋਂ ਤੁਸੀਂ ਰਿਲੀਜਨ ਔਰ ਧਰਮ ਨੂੰ ਇੱਕ ਸਮਝਦੇ ਆ। ਤੇ ਰਿਲੀਜਨ ਔਰ ਧਰਮ ਇੱਕ ਨਹੀਂ ਹੈਗੇ। ਰਿਲੀਜਨ ਐਂਡ ਧਰਮ ਵੱਖਰੇ ਵੱਖਰੇ ਨੇ, ਡਿਫਰੈਂਟ ਨੇ। ਰਿਲੀਜਨ ਤੁਹਾਡੀ ਇੱਕ ਪੂਜਾ ਪੱਧਤੀ ਹੈ, ਇੱਕ ਤਰੀਕੇ ਨਾਲ ਤੁਸੀਂ ਕਰਦੇ ਹੋ। ਤੁਹਾਡੀ ਦੇਖੋ, ਤੁਹਾਡੀ ਸੁਪਰੀਮ ਕੋਰਟ ਨੇ ਵੀ ਕਿਹਾ ਹਿੰਦੂ ਇਜ਼ ਅ ਵੇ ਆਫ ਲਾਈਫ। ਹਿੰਦੂ ਇੱਕ ਕੋਈ ਪੂਜਾ ਜਿਸ ਵੇਲੇ ਤੁਸੀਂ ਉਹਨੂੰ ਵੱਖਰਾ ਕਹਿ ਸਕਦੇ ਹੋ ਇਸ ਢੰਗ ਨਾਲ, ਜਿਸ ਵੇਲੇ ਉਹ ਤੁਸੀਂ ਪੂਜਾ ਪੱਧਤੀ ਦੇ ਨਾਲ ਚੱਲਦੇ ਹੋ ਤਾਂ ਸ਼ਾਇਦ ਉਹ ਹਿੰਦੂ ਧਰਮ, ਤੁਸੀਂ ਉਹਨੂੰ ਹਿੰਦੂ ਕਹਿ ਲਓ ਜਾਂ ਹਿੰਦੂ ਰਿਲੀਜਨ ਕਹਿ ਲਓ, ਹਿੰਦੂ ਧਰਮ ਵੀ ਕਹਿ ਲਓ। ਅੱਛਾ, ਇੱਕ ਤੁਸੀਂ ਗੱਲ ਕਹੀ ਬੜੀ ਇੰਪੋਰਟੈਂਟ ਕਿ ਸਲਾਹਾਂ ਦੇਣ ਵਾਲੇ ਮਾੜੇ ਵਿਦਾਂਤੀ ਨੂੰ ਵੀ ਮਾੜੀ ਸਲਾਹ ਦਿੱਤੀ ਸੀ, ਜਥੇਦਾਰ ਵਿਦਾਂਤੀ ਨੂੰ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕੋਈ ਸਲਾਹ ਗਲਤ ਦੇਣ ਵਾਲੇ ਬੰਦੇ ਨੇ, ਜਿਹੜਾ ਉਹ ਕਹਿ ਰਹੇ ਨੇ ਕਿ ਆਰਐਸਐਸ ਬੈਨ ਹੋ ਜਾਏ ਇਸ ਦੇਸ਼ 'ਚੋਂ। ਕੌਣ ਨੇ? ਮੈਨੂੰ ਕੀ ਪਤਾ ਵੀ ਕੌਣ ਨੇ ਜੀ, ਅਸੀਂ ਕੀ ਕਹਿ ਸਕਦੇ ਹਾਂ। ਮੈਂ ਦੱਸਿਆ ਵੀ ਉਦੋਂ ਵੀ ਇਹਨਾਂ ਨੇ ਕੌਮ ਦਾ ਜਥੇਦਾਰ, ਇੱਕ ਕੌਮ ਦਾ ਜਥੇਦਾਰ। ਮੇਰੀ ਗੱਲ ਸੁਣੋ, ਤੁਹਾਨੂੰ ਦੱਸਿਆ ਸ਼ੰਕਰਾਚਾਰੀਆ ਨੇ ਹਿੰਦੂ ਧਰਮ ਦੇ, ਉਹ ਕਿਸੇ ਸਲਾਹ ਲੈਂਦੇ? ਤੁਹਾਨੂੰ ਮੈਂ ਦੱਸਿਆ ਵੀ ਮੈਂ ਉਦੋਂ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਤੁਹਾਨੂੰ ਮਿਸਾਲ ਦਿੱਤੀ ਮੈਂ, ਵੀ ਜਦੋਂ ਉਹਦੀ ਹੋਈ ਸੀਗੀ, ਅਸੀਂ ਜਾ ਕੇ ਮਿਲ ਕੇ ਆਏ। ਮੈਂ 1.5 ਘੰਟਾ ਉਹਨਾਂ ਨਾਲ ਬੈਠ ਕੇ ਆਇਆ, ਉੱਥੇ ਜਾ ਕੇ ਕਰਕੇ ਆਏ। ਕਈ ਚੀਜ਼ਾਂ ਚੱਲਦੀਆਂ। ਇੱਕ ਵਾਰੀ ਇੱਥੇ ਪਤਾ ਹੋਇਆ ਸੀ। ਤੁਹਾਨੂੰ ਲੱਗਦਾ ਉਹਨਾਂ ਦੀ ਸਮਝ ਤੇ ਤੁਹਾਨੂੰ ਸ਼ੱਕ ਆ? ਸਭ ਉਹ ਗੱਲ ਇਹ ਹੈ, ਇਹ ਅੱਜ ਕੀ ਹੈ, ਅੱਜ ਤੁਸੀਂ ਤਾਂ ਦੇਖੋ ਇਹਨੂੰ ਜ਼ਰਾ ਤੁਸੀਂ ਵੀ ਪੱਤਰਕਾਰ ਹੋ ਤੇ ਜ਼ਰਾ ਦੇਖੋ ਇਹਨੂੰ। ਅੱਜ SGPC ਔਰ ਇਹਨੂੰ ਕੌਣ ਚਲਾਉਂਦਾ? ਅੱਜ ਇਹ ਵੀ ਜਿਹੜੇ ਨਾ ਇਹ ਜਥੇਦਾਰ ਵੀ ਜਿਹੜੇ ਨੇ, ਇਹਨੂੰ ਵਰਕਿੰਗ ਪ੍ਰੈਜ਼ੀਡੈਂਟ ਨੇ। ਉਹ ਤੁਹਾਨੂੰ ਕੀ ਲੱਗਦਾ ਜਥੇਦਾਰ ਨੂੰ ਕੋਈ ਚਲਾ ਰਿਹਾ ਹੈਗਾ? ਪੋਲਿਟਿਕਸ ਸਾਰੀ ਚਲਾਉਂਦੀ ਹੈ ਜੀ ਅੱਜ ਕੱਲ੍ਹ, ਅਨਫੋਰਚੂਨੇਟ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਮਝ ਤੇ ਤੁਹਾਨੂੰ ਸ਼ੱਕ ਆ ਕਿ ਉਹ ਬਿਆਨ ਖੁਦ ਆਪਣੀ ਸਮਝ ਚੋਂ ਨਹੀਂ ਦੇ ਸਕਦੇ ਕਿ ਆਰਐਸਐਸ ਬੈਨ ਹੋਣੀ ਚਾਹੀਦੀ ਹੈ? ਉਹ ਕਹਿੰਦੇ ਸਿੱਖਾਂ ਦੇ ਖਿਲਾਫ ਆ, ਦੇਸ਼ ਦੀ ਹਾਰਮਨੀ ਖਰਾਬ ਕਰ ਰਹੀ ਹੈ। ਬਿਆਨ ਦਿੱਤਾ ਉਹਨਾਂ ਨੇ, ਦੇਖੋ ਕਿਹੜਾ ਡੈਪਥ ਵਾਲਾ ਬਿਆਨ ਆ ਕਿ ਦੇਸ਼ ਦੀ ਹਾਰਮਨੀ ਨੂੰ, ਰਿਲੀਜੀਅਸ ਹਾਰਮਨੀ ਨੂੰ ਆਰਐਸਐਸ ਖਰਾਬ ਕਰ ਰਹੀ ਹੈ। ਮੈਂ ਕਹਿੰਦਾ ਵੀ ਉਹ ਸਾਨੂੰ ਦੱਸ ਦੇਣ, ਜੇ ਐਸਾ ਲੱਗਦਾ ਤਾਂ ਉਹਨੂੰ ਦੱਸ ਦੇਣ ਵੀ ਅਸੀਂ ਕਿਹੜੀ ਜਲੋਂ ਖਰਾਬ ਕਰਨੀ ਹੈ, ਕੀ ਅਸੀਂ ਖਰਾਬ ਕੀਤਾ ਹਾਲੇ ਤੱਕ। ਕਿਤੇ ਸਾਡੇ ਵੱਲੋਂ ਕਿਤੇ ਆਇਆ ਹੋਵੇ ਕਿ ਆਰਐਸਐਸ ਨੇ ਕਤਲ ਕੀਤੇ ਹੈ, ਆਰਐਸਐਸ ਨੇ ਕਿਤੇ ਝਗੜੇ ਕੀਤੇ, ਆਰਐਸਐਸ ਨੇ ਲੜਾਈਆਂ ਕੀਤੀਆਂ, ਆਰਐਸਐਸ ਨੇ ਕਿਤੇ ਕੋਈ ਉਹ ਇਹੋ ਜਿਹੇ ਕੋਈ ਕੀਤੇ ਹੋਣ, ਕਿਤੇ ਵੀ, ਕਦੀ ਵੀ, ਐਨੀਵੇਅਰ, ਐਨੀ ਟਾਈਮ। ਪਰ ਬਹੁਤ ਸਾਰੇ ਹੋਰ ਵਿਦਵਾਨ ਨੇ ਜਿਨ੍ਹਾਂ ਦੀ ਗੱਲਾਂ ਪਹੁੰਚਦੀਆਂ ਹੋਣਗੀਆਂ, ਉਹ ਕਹਿੰਦੇ ਆ ਕਿ ਆਰਐਸਐਸ ਸਿੱਖਾਂ ਦਾ ਸਿਮੂਲੇਸ਼ਨ ਕਰਨਾ ਚਾਹੁੰਦੀ ਹੈ, ਸਿੱਖਾਂ ਨੂੰ ਖਤਮ ਕਰਨੀ ਚਾਹੁੰਦੀ ਆ। ਉਹ ਪੱਗਾਂ 'ਚ ਦਿਖਦੇ ਰਹਿਣ, ਕੋਈ ਮਸਲਾ ਨਹੀਂ, ਵਿਚਾਰਧਾਰਕ ਤੌਰ ਤੇ ਖਤਮ ਕਰਨਾ, ਇਹ ਇਲਜ਼ਾਮ ਲਾਉਂਦੇ। ਮੇਰੀ ਗੱਲ ਸੁਣੋ, ਮੈਂ ਬਚਪਨ ਤੋਂ ਸਿੱਖਾਂ। ਮੈਨੂੰ ਕਦੀ ਕਿਸੇ ਨੇ ਨਹੀਂ ਕਿਹਾ ਵੀ ਤੂੰ ਵਾਲ ਕਟਾ ਲੈ ਜਾਂ ਤੂੰ ਛੱਡ ਦੇ, ਤੂੰ ਸਿੱਖੀ ਕਿਉਂ ਕਰਨਾ, ਤੂੰ ਗ੍ਰੰਥ ਸਾਹਿਬ ਕਿਉਂ ਪੜ੍ਹਨਾ। ਅਰੇ ਅਸੀਂ, ਮੈਨੂੰ ਯਾਦ ਹੈ ਵੀ ਅਸੀਂ ਸਿੰਧ ਦੇ ਵਿੱਚ ਵੀ ਗੁਰੂਆਂ ਦੇ ਉੱਥੇ ਗੀਤ ਬੋਲਦੇ ਹੁੰਦੇ ਸੀ। ਪਿਤਾ ਵਾਰਿਆ ਤੇ ਸ਼ਾਖਾ 'ਚ ਬੋਲਦੇ, ਅੱਜ ਵੀ ਬੋਲਦੇ, ਪਿਤਾ ਵਾਰਿਆ ਤੇ ਲਾਲ ਚਾਰੇ ਵਾਰੇ, ਹਿੰਦ ਤੇਰੀ ਸ਼ਾਨ ਬਦਲੇ। ਕਈ ਹੋਰ ਗੀਤ ਐਸੇ। ਪਰ ਉਹ ਕਹਿੰਦੇ ਵਿਆਖਿਆ ਇਹ ਹੈਗਾ ਕਿ ਜਦੋਂ ਤੁਹਾਡੇ ਵਾਲੇ ਪਾਸੋਂ ਵਿਆਖਿਆ ਹੁੰਦੀ ਆਰਐਸਐਸ ਵਾਲੇ ਪਾਸਿਓਂ, ਇਹ ਉਹਨਾਂ ਦਾ ਇਲਜ਼ਾਮ ਆ ਕਿ ਤੁਸੀਂ ਇਹ ਮੰਨਦੇ ਹੋ ਕਿ ਗੁਰੂ ਨੇ ਜਿਹੜੇ, ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੁਰੂਆਂ ਨੂੰ ਇੱਕ ਦੇਵੀ ਰੂਪ 'ਚ ਸਿੱਖ ਮੰਨਦੇ ਹੈਗੇ, ਤੁਸੀਂ ਇਹ ਮੰਨਦੇ ਹੋ ਕਿ ਇਹ ਆਏ ਸੀ, ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ, ਪੰਥ ਚਲਾਇਆ, ਇੱਕੋ ਪੰਥ ਨੇ ਇਸ ਦੇਸ਼ ਦੀ ਰੱਖਿਆ ਕੀਤੀ। ਇਹ ਤੋਂ ਬਾਅਦ ਤੁਸੀਂ ਮੰਨਦੇ ਨਹੀਂ, ਉਹਨਾਂ ਦਾ ਇਲਜ਼ਾਮ। ਮਹਾਰਾਜ ਜਿੰਨੀ ਗੱਲ ਸੁਣੋ, ਅੱਜ ਵੀ ਤੁਸੀਂ ਕਿਤੇ ਦੇਖੋ, ਜਦੋਂ ਰੌਲਾ ਸ਼ੱਕ ਪਾਈ ਜਾਣ, ਜਦੋਂ ਦਿੱਲੀ 'ਚ ਕਤਲ ਹੋਏ ਸੀ ਨਾ, ਜਦੋਂ ਉਹਨੇ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਵੀ ਜਦੋਂ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿਲਦੀ ਹੈ, ਹੈ ਜੀ, ਉਦੋਂ ਵੀ ਸੰਘ ਦੇ ਸਵੈਮਸੇਵਕਾਂ ਨੇ ਅਨੇਕ ਲੋਕਾਂ ਨੂੰ ਬਚਾਇਆ ਸੀਗਾ, ਸਿੱਖਾਂ ਨੂੰ ਆਪਣੇ ਘਰਾਂ 'ਚ ਬਿਠਾ ਕੇ। ਜਾ ਕੇ ਤੁਸੀਂ ਉੱਥੇ ਪਤਾ ਕਰ ਸਕਦੇ ਹੋ, ਜਾ ਕੇ ਪਤਾ ਕਰੋ ਕਿਹੜੇ ਲੋਕਾਂ ਨੇ ਕਿਹਨੇ ਸਿੱਖਾਂ ਨੂੰ ਪ੍ਰਚਾਰ ਕਰਨ ਵਾਲੇ ਤੁਹਾਡੇ ਖਿਲਾਫ ਪ੍ਰਚਾਰ ਕਰਦੇ ਹੋ। ਕਰੀ ਜਾਣ, ਉਹ ਕਹਿੰਦੇ ਆ ਕਿ ਤੁਸੀਂ ਕਰਵਾਇਆ। ਐਸਾ ਹੈ ਕਿ ਕਰੀ ਜਾਣ, ਅਸੀਂ ਕਰਵਾਇਆ ਨਹੀਂ, ਤੁਸੀਂ ਸ਼ਾਮਲ ਸੀ ਉਹਦੇ 'ਚ। ਝੂਠ ਬੋਲਦੇ। ਸੰਘ ਨੇ ਕਦੀ ਐਸੀ ਗੱਲ, ਦਰਬਾਰ ਸਾਹਿਬ ਤੇ ਅਟੈਕ, ਅਡਵਾਨੀ ਦੀ ਜਿਹੜੀ ਮਾਈ ਕੰਟਰੀ ਮਾਈ ਲਾਈਫ ਕਿਤਾਬ ਆ, ਜਿਸ 'ਚੋਂ ਕਹਿੰਦੇ ਅਸੀਂ ਇਨਸਿਸਟ ਕੀਤਾ ਇੰਦਰਾ ਗਾਂਧੀ ਨੂੰ ਕਿ ਦਰਬਾਰ ਸਾਹਿਬ ਤੇ ਅਟੈਕ ਕਰੋ। ਕਿਤੇ ਨਹੀਂ ਐਸਾ ਕਿਤੇ ਆਇਆ, ਗੱਲਾਂ ਐਸੀਆਂ ਝੂਠੀਆਂ ਨੇ ਸਾਰੀਆਂ। ਤੁਸੀਂ ਪੜ੍ਹੀ ਹੈ ਮਾਈ ਕੰਟਰੀ ਮਾਈ ਲਾਈਫ? ਪੜ੍ਹੀ ਮੈਂ ਕੁਛ ਥੋੜ੍ਹੀ ਬਹੁਤੀ, ਮੈਂ ਸਾਰੀ ਨਹੀਂ ਪੜ੍ਹੀ, ਉਹ ਬੜੀ ਮੋਟੀ ਕਿਤਾਬ ਹੈ। ਮੈਂ ਪੜ੍ਹੀ ਹੈਗੀ, ਤਾਂ ਉਹਦੇ 'ਚ ਜ਼ਿਕਰ ਤਾਂ ਹੈ ਇਸ ਗੱਲ ਦਾ ਕਿ ਅਸੀਂ ਇਸ ਗੱਲ ਦੇ ਲਈ ਪ੍ਰੋਟੈਸਟ ਵੀ ਕਰ ਰਹੀ ਹੈ। ਬਹੁਤ ਸਾਰੀਆਂ ਫੋਟੋਆਂ ਨੇ ਉਹਨਾਂ ਦਿਨਾਂ 'ਚ ਕਿ ਖਾਲਿਸਤਾਨੀਆਂ ਦੇ ਖਿਲਾਫ, ਖਾੜਕੂਆਂ ਦੇ ਖਿਲਾਫ ਲਗਾਤਾਰ ਬੀਜੇਪੀ ਦਾ ਸਟੈਂਡ ਤਾਂ ਸੀ, ਪੰਜਾਬ 'ਚ ਵੀ ਸੀਗਾ, ਤੁਹਾਨੂੰ ਪਤਾ ਹੀ ਹੈ। ਐਸਾ ਕੋਈ ਪੰਜਾਬ ਸਟੈਂਡ ਸੀਗਾ, ਉਹ ਮੂਵਮੈਂਟ ਦੇ ਖਿਲਾਫ ਲੜਦੇ ਰਹੇ ਹੋ ਤੁਸੀਂ। ਸਾਡੇ ਪ੍ਰਚਾਰਕ ਮਰੇ ਕਿਤੇ ਉਹਨਾਂ ਦਿਨਾਂ 'ਚ, ਸਾਡੇ ਕਈ ਸਵੈਮਸੇਵਕ ਮਰੇ ਉਹਦੇ 'ਚ। ਦਰਬਾਰ ਸਾਹਿਬ 'ਚ ਉਹਨਾਂ ਨੇ ਕਤਲ ਕੀਤੇ ਉਹਨਾਂ ਨੂੰ। ਸਿੱਖ ਸੀਗਾ ਵਿਚਾਰਾ, ਬਹੁਤ ਅੱਛਾ ਬੰਦਾ ਹੁੰਦਾ ਸੀ, ਜਾਂਦਾ ਹੁੰਦਾ ਸੀ ਉੱਥੇ ਆ ਕੇ, ਉੱਥੇ ਉਹਨੂੰ ਉੱਥੇ ਅੰਦਰ ਹੀ ਮਾਰ ਛੁੱਟਿਆ। ਉੱਥੇ ਉਹਨੂੰ ਕਿਤੇ ਨਹੀਂ, ਥੋੜ੍ਹੇ ਮਾਰੇ ਆ ਬੰਦੇ ਉੱਥੇ, ਅੰਦਰ ਨਹੀਂ ਮਰੇ ਨਹੀਂ ਹੋਏ। ਉੱਥੇ ਹਿੰਦੂ ਗੱਡੀਆਂ 'ਚੋਂ ਕੱਢ ਕੇ ਨਹੀਂ ਮਾਰਦੇ ਰਹੇ। ਕੀ ਫਿਰ ਜਾਇਜ਼ ਸੀ ਦਰਬਾਰ ਸਾਹਿਬ ਤੇ ਅਟੈਕ ਹੋਣਾ? ਯਾਰ ਗੱਲ ਸੁਣੋ, ਮੇਰੇ ਘਰ ਚੋਰ ਆ ਜਾਏ ਤੇ ਮੇਰਾ ਘਰ ਢਾਹ ਦੋਗੇ? ਜਾਇਜ਼ ਕਿੱਦਾਂ ਹੈ ਉਹ? ਜਾਇਜ਼ ਨਹੀਂ ਸੀ। ਨਹੀਂ ਸੀ ਜਾਇਜ਼।
ਇੰਦਰਾ ਗਾਂਧੀ ਨੂੰ ਨਹੀਂ ਕਰਨਾ ਚਾਹੀਦਾ ਸੀ। ਨਹੀਂ ਸੀ ਚਾਹੀਦਾ, ਬਿਲਕੁਲ ਨਹੀਂ ਸੀ ਕਰਨਾ ਚਾਹੀਦਾ। ਦਰਬਾਰ ਸਾਹਿਬ ਤੇ ਕਿਉਂ ਅਟੈਕ ਕਰਨਾ? ਫਿਰ ਅਡਵਾਨੀ ਹੋਰੀ ਕਿਉਂ ਕਹਿ ਰਹੇ ਕਿ ਅਸੀਂ ਇਨਸਿਸਟ ਕਰ ਰਹੇ ਹਾਂ? ਉਹ ਤਾਂ ਅਡਵਾਨੀ ਨੂੰ ਪੁੱਛੋ, ਮੈਨੂੰ ਕੀ ਪਤਾ ਯਾਰ ਇਹਦੇ ਬਾਰੇ 'ਚ। ਅਡਵਾਨੀ ਦੱਸੇ ਉਹਦੇ ਬਾਰੇ 'ਚ ਕੀ ਗੱਲ ਹੈ, ਐਸੀ ਗੱਲ ਮੈਂ ਨਹੀਂ ਕਹਿ ਸਕਦਾ ਉਹਦੇ ਬਾਰੇ। ਕੋਈ ਐਸਾ ਨਹੀਂ ਗੱਲ। ਅਸੀਂ ਜਦੋਂ ਬਈ ਕੋਈ ਗੱਲਾਂ ਐਸੀਆਂ ਹੁੰਦੀਆਂ ਚੰਗੀਆਂ ਜਿਹੜੀਆਂ ਠੀਕ ਗੱਲਾਂ ਨੂੰ ਠੀਕ ਤਰ੍ਹਾਂ ਨਾਲ ਦੱਸਣਾ ਚਾਹੀਦਾ ਹੈ, ਗਲਤ ਗੱਲਾਂ ਨੂੰ ਗਲਤ ਕਰਨਾ ਚਾਹੀਦਾ ਹੈ। ਗੁਰੂਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? 10 ਗੁਰੂਆਂ ਨੂੰ ਜੋਤ ਦੇ ਰੂਪ 'ਚ ਦੇਖਦੇ ਨੇ ਸਿੱਖ? ਬਿਲਕੁਲ ਦੇਖ ਰਹੇ ਮੈਂ ਯਾਰ। ਮੈਂ ਉਹ ਦੇਖੋ ਗੁਰੂ ਨਾਨਕ ਦੇਵ ਜੀ ਦੀ ਫੋਟੋ ਪਈ ਹੈ ਮੇਰੀ ਇੱਥੇ ਰੱਖੀ ਹੈ। ਸਾਰੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਸਾਰੇ ਕਰਨੇ ਆ, ਹਰ ਵਕਤ ਕਰਨੇ ਆ। ਮੇਰੇ ਪਿਤਾ ਜੀ ਕਰਦੇ ਸੀ। ਮੇਰੇ ਕੋਲ ਗੁਰੂ ਗ੍ਰੰਥ ਸਾਹਿਬ, ਮੈਂ ਹੁਣ ਜਿਹੜੇ ਆਏ ਸੀ ਉਹਨੂੰ ਦੱਸਿਆ ਸੀ, ਮੇਰੇ ਕੋਲ 250 ਸਾਲ ਪੁਰਾਣਾ ਗ੍ਰੰਥ ਸਾਹਿਬ ਪੜ੍ਹਿਆ, ਹੱਥ 'ਤੇ ਲਿਖਿਆ ਹੋਇਆ ਮੇਰੇ। ਹਾਂ ਪਿਆ ਹੈ। ਜਿਹੜਾ ਤੁਹਾਡੇ ਘਰੇ ਪ੍ਰਕਾਸ਼ ਆ ਉਹ? ਨਾ, ਉਹ ਨਹੀਂ। ਉਹ ਹਰ ਵਕਤ ਉਹ ਗੱਲ ਇਹ ਵੀ ਉਹ ਹੱਥ 'ਤੇ ਲਿਖਿਆ ਨਾ, ਉਹ ਇਕੱਠਾ ਹੁੰਦਾ। ਤੁਸੀਂ ਦੇਖਿਆ ਨਹੀਂ ਸ਼ਾਇਦ ਕਦੀ। ਨਹੀਂ ਦੇਖਿਆ। ਉਹ ਪੜ੍ਹਨਾ ਔਖਾ ਹੈ ਬੜਾ। ਉਹਦੀ ਕੋਈ ਜਿਹਨੇ ਇੱਕ ਲਫ਼ਜ਼ ਵੱਖਰਾ ਨਹੀਂ ਹੈ। ਇਹ ਬਾਅਦ 'ਚ ਹੋਇਆ। ਇਹ ਗ੍ਰੰਥ ਸਾਹਿਬ ਜਿਹੜਾ ਨਾ, ਜਿਹੜੇ ਪੁਰਾਣੇ ਜਿਹੜੇ ਸਿੱਖ ਨੇ ਨਾ, ਜਿਹੜੇ ਬੜੇ ਜਿਹੜੇ ਸਮਝੋ ਤੁਸੀਂ ਕੀ ਕਹਿ ਲਿਓ, ਉਹ ਤੇ ਕਹਿੰਦੇ ਵੀ ਇਹ ਗ੍ਰੰਥ ਸਾਹਿਬ ਜਿਹੜਾ ਨਾ, ਇਹ ਗ੍ਰੰਥ ਸਾਹਿਬ ਹੀ ਨਹੀਂ ਗਾ। ਉਹ ਗ੍ਰੰਥ ਸਾਹਿਬ ਜਿਹੜਾ ਹੱਥ ਲਿਖਿਤ ਹੋਇਆ ਨਾ, ਉਹ ਪ੍ਰਕਾਸ਼ ਹੋਣਾ ਚਾਹੀਦਾ। ਹੁਣ ਤਾਂ ਉਹਦੀ ਪ੍ਰਿੰਟਿੰਗ ਹੋ ਜਾਂਦੀ ਹੈ, ਵੈਸੇ ਉਹ ਵੀ ਪ੍ਰਿੰਟਡ ਮਿਲ ਜਾਂਦੇ ਆ। ਜਥੇਦਾਰ ਨੂੰ ਵੈਸੇ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਜਿਹੜਾ ਇਹ ਕਹਿ ਰਹੇ ਨੇ ਕਿ ਆਰਐਸਐਸ ਬੈਨ ਹੋਵੇ? ਅਸੀਂ ਕੀ ਕਹਿਣਾ, ਉਹ ਆਪੇ ਜਾਣਨ। ਉਹਨਾਂ ਨੂੰ ਲੱਗਦਾ ਸੰਗ ਤੇ ਆਪਣੇ ਕੰਮ 'ਚ ਆਪਣਾ ਕੰਮ ਕਰਦਾ। ਸੰਗ ਤੇ ਅੱਛੀਆਂ ਆਦਤਾਂ, ਚੰਗੀਆਂ ਆਦਤਾਂ ਲੋਕਾਂ ਦੇ ਵਿੱਚ ਪੈਣ, ਸਿੱਖਣ। ਇੰਨੇ ਹੁਣ ਸਾਡੇ ਸੰਗਤ ਦੁਆਰਾ ਚਲਾਏ ਸਕੂਲ ਚੱਲਦੇ ਆ, ਉਹਨਾਂ 'ਚ ਕਿੰਨੇ ਹੀ ਸਿੱਖ ਪੜ੍ਹਦੇ ਆ। ਸਾਰੇ ਕੁਛ ਥੋੜ੍ਹੇ ਪੜ੍ਹਦੇ ਆ, ਪਿੰਡਾਂ 'ਚ ਸਕੂਲ ਨੇ। ਵਿਦਿਆ ਭਾਰਤੀ ਦੇ ਚੱਲਦੇ ਆ ਨਾ ਸਾਡੇ ਸਰਵਤਕਾਰੀ, ਪੰਜਾਬ 'ਚ ਸਰਵਤਕਾਰੀ ਸਕੂਲ। ਵਿਦਿਆ ਭਾਰਤੀ ਸਾਰੇ ਦੇਸ਼ ਚੱਲਦੀ ਹੈ। ਹੋਰ ਵੀ ਜਿਹੜੀਆਂ ਨੇ ਜਥੇਬੰਦੀਆਂ ਨੇ, ਕਿਸਾਨ ਸੰਘ ਹੈ, ਦੂਜਾ ਹੈ ਮਜ਼ਦੂਰ ਸੰਘ, ਉਹਦੇ 'ਚ ਕਿੰਨੇ ਮਜ਼ਦੂਰ ਸੰਘ ਦੇ ਵਿੱਚ ਤੁਹਾਡੇ ਤੋਂ ਦੂਰ ਕਿਉਂ ਹੋ ਗਏ? ਸੰਘ ਤੋਂ ਸਿੱਖ ਕਿਉਂ ਦੂਰ ਹੋ ਗਏ? ਇਹ ਤਾਂ ਇਹ ਫੈਕਟ ਹੈ ਕਿ ਨਹੀਂ ਆ? ਹਾਂਜੀ, ਇਹ ਫੈਕਟ ਆ ਕਿ ਵੱਡਾ ਹਿੱਸਾ ਸਿੱਖਾਂ ਦਾ ਤੁਹਾਡੇ ਨਾਲ ਨਹੀਂ ਆ। ਜੇ ਤੁਸੀਂ ਇਹ ਗੱਲ ਕਿਉਂ ਨਹੀਂ ਜਿਚਾ ਸਕੇ? ਤੁਸੀਂ ਸਮਾਂ ਲੱਗੇਗਾ। ਜਿਹਨੇ ਵਿਗਾੜ ਜਿੰਨਾ ਹੋਇਆ ਹੈ ਨਾ, ਉਹ ਕੀ ਜਾਂ ਸੀ ਉਹਦਾ, ਮੈਕਾਲਿਫ ਸੀਗਾ ਨਾ। ਮੈਕਾਲਿਫ ਨੇ ਇਹ ਲਿਖੀ ਸੀ ਕਿਤਾਬ, ਹਿਸਟਰੀ ਆਫ ਸਿੱਖ ਰਿਲੀਜਨ। ਦੇਖੀ ਹੈ ਤੁਸੀਂ? 6 ਪਾਰਟਸ ਦੇ ਵਿੱਚ ਉਹ। ਬਿਲਕੁਲ। ਉਹ ਸ਼ੁਰੂ ਕਿੱਥੇ ਕਰਦਾ, ਕਹਿੰਦਾ ਵੀ ਇਹ ਕੀ ਹਿੰਦੂਆਂ ਨਾਲ ਤੁਹਾਡਾ ਕੀ ਹੋ ਸਕਦਾ ਜੀ? ਇਹ ਤੇ ਉਹ ਜਿੱਥੇ ਗੰਗਾ 'ਚ ਨਹਾਉਂਦੇ ਆ, ਉੱਥੇ ਵਿੱਚ ਟੱਟੀ ਫਿਰ ਦਿੰਦੇ ਆ, ਉੱਥੇ ਪਿਸ਼ਾਬ ਕਰਦੇ। ਇਹ ਉਹਦੇ ਪ੍ਰੋਫੈਸ 'ਚ ਲਿਖਿਆ ਹੋਇਆ। ਮਤਲਬ ਉਹ ਵੀ ਕਿਉਂਕਿ ਉਹਨਾਂ ਦੀ ਪਾਲਿਸੀ ਸੀਗੀ ਕਿ ਡਿਵਾਈਡ ਐਂਡ ਰੂਲ, ਕਿੱਦਾਂ ਤੋੜੋ ਇਹਨਾਂ ਨੂੰ। ਇਹਨੇ ਪਹਿਲਾਂ ਉਹ ਸੀ 57। ਪਰ ਤੁਹਾਨੂੰ ਵੀ ਤਾਂ ਦੇਖੋ 47 ਤੋਂ ਲੈ ਕੇ 2020 ਆ ਗਿਆ। ਹਾਂ, ਇੰਨੇ ਸਾਲਾਂ ਜਾਂ ਆਰਐਸਐਸ 1920 'ਚ ਬਣਦੀ ਹੈ, 20 ਦੇ ਨੇੜੇ ਤੇੜੇ 2020 ਆ ਗਿਆ, 100 ਸਾਲ ਹੋ ਗਿਆ। 100 ਸਾਲ 'ਚ ਤੁਸੀਂ ਸਿੱਖਾਂ ਨੂੰ ਕਿਉਂ ਨਹੀਂ ਜਚਾ ਸਕੇ ਕਿ ਅਸੀਂ ਵਧੀਆ ਬੰਦੇ ਆਂਗੇ? ਤੁਹਾਡੇ ਤੇ ਕਿਉਂ ਸਿੱਖ ਵਿਸ਼ਵਾਸ ਨਹੀਂ ਕਰਦੇ? ਸੰਘ ਤੇ ਉਦੋਂ ਨਹੀਂ ਆਇਆ। ਸੰਘ ਤੇ ਇੱਥੇ ਪਹਿਲੀ ਸ਼ਾਹ ਜਿਹੜੀ ਸੀ 38 'ਚ ਇੱਥੇ ਲਾਹੌਰ ਲੱਗੀ। ਚਲੋ ਉਹ ਇੱਕ ਮਸਲਾ ਹੈ, ਮਤਲਬ ਤੁਹਾਡਾ ਰਾਬਤਾ ਤੇ ਹੈ 50-60 ਸਾਲ ਦਾ। ਸਿੱਖ ਬੜੇ ਆਉਂਦੇ ਰਹੇ ਹੈ, ਹੁਣ ਵੀ ਕਾਫੀ ਹੈਗੇ ਆ, ਪ੍ਰਚਾਰਕ ਵੀ ਸਿੱਖ ਹੈਗੇ ਆ। ਤੁਹਾਨੂੰ ਸ਼ਾਇਦ ਹੈਰਾਨੀ ਹੋਏਗੀ ਕਿ ਮੁਸਲਮਾਨ ਵੀ ਪ੍ਰਚਾਰਕ ਸੰਘ ਦੇ ਆਰਐਸਐਸ ਦੇ ਹੈਗੇ ਆ ਬੰਦੇ। ਨਹੀਂ, ਪਰ ਜੇ ਸਿੱਖਾਂ ਦੇ ਸਭ ਤੋਂ ਵੱਡੇ ਇੰਸਟੀਟਿਊਸ਼ਨ ਤੇ ਬੈਠੇ ਜਥੇਦਾਰ ਨੂੰ ਇਹ ਲੱਗਦਾ ਕਿ ਆਰਐਸਐਸ ਬੈਨ ਹੋਣੀ ਚਾਹੀਦੀ ਹੈ, ਕੋਈ ਐਸਾ ਹੈ ਉਹ ਕਿਤੇ ਮੈਨੂੰ ਲੱਗਦਾ ਵੀ ਉਹ ਉਹਨਾਂ ਨੇ ਕਿਸੇ ਪੋਲਿਟਿਕਸ ਦੇ ਨਾਲ ਜੁੜ ਕੇ ਕਿਤੇ ਬਿਆਨ ਦਿੱਤਾ ਹੋਏਗਾ। ਸੰਘ ਕਦੀ ਸਿੱਖਾਂ ਦੇ ਖਿਲਾਫ ਕਦੀ ਕੋਈ ਲਫ਼ਜ਼। ਮੈਂ ਕਿਹਾ ਸਾਨੂੰ ਇੱਕ ਚੀਜ਼ ਦੱਸ ਦੇਣ, ਕਿਤੇ ਇੱਕ ਵੀ ਕਿਤੇ ਲਫ਼ਜ਼ ਕਿਤੇ ਸੰਘ ਦੇ ਕਿਤੇ ਸਿੱਖਾਂ ਦੇ ਖਿਲਾਫ ਬੋਲਿਆ ਹੋਵੇ, ਕਿਤੇ ਐਸੀ ਗੱਲ ਆਈ ਹੋਵੇ। ਦੂਜੇ ਕਿਤੇ ਹੋਰ ਸਗੋਂ ਪੰਜਾਬ ਦੇ ਵਿੱਚ ਮੈਨੂੰ ਹੁੰਦਾ ਤੁਹਾਡੀ ਜਿੱਦਾਂ ਪੰਜਾਬੀ ਹਿੰਦਾ ਮਸਾ ਸੀ, ਆਰੀਆ ਸਮਾਜ ਵਗੈਰਾ ਨੇ ਸਾਰਾ ਖਿਲਾਫ ਬੋਲਿਆ ਪੂਰਾ। ਪਰ ਸੰਘ ਦੇ ਜਿੰਨੇ ਵੀ ਦੇਖੋ, ਮੈਂ ਤੁਹਾਨੂੰ ਦੱਸਦਾ ਵੀ ਜਦੋਂ ਅੱਤਵਾਦ ਸੀ ਨਾ, ਸਭ ਤੋਂ ਭੁਗਤਿਆ ਸੰਘ ਨੇ ਉਸ ਵੇਲੇ। ਅੱਛਾ, ਔਰ ਪੰਜਾਬ ਦੇ ਵਿੱਚ ਆਮੋ ਸਾਹਮਣੇ ਹੋ ਕੇ ਹਿੰਦੂ ਸਿੱਖਾਂ ਦੀ ਕਿਤੇ ਵੀ ਰਾਈਟਸ ਨਹੀਂ ਹੋਏ। ਦ ਕ੍ਰੈਡਿਟ ਗੋਜ਼ ਟੂ ਸੰਘ, ਕਿਉਂਕਿ ਸੰਘ ਨੇ ਕਦੀ ਉਹਦੇ ਵਿੱਚ ਕਦੀ ਵੀ ਰਿਐਕਸ਼ਨ ਨਹੀਂ ਦਿਖਾਇਆ। ਸੰਘ ਦੇ ਸਵੈਮਸੇਵਕ ਕਤਲ ਹੋਏ, ਸੰਘ ਦੀ ਸ਼ਾਖਾ ਦੇ ਉੱਤੇ ਕਤਲ ਹੋਇਆ। ਮੋਗੇ ਦੇ ਵਿੱਚ 25 ਸਿੱਖ ਸ਼ਾਖਾ ਦੇ ਵਿੱਚ ਮਾਰੇ ਗਏ ਸੀ, 25 ਸਵੈਮਸੇਵਕ ਮਾਰੇ ਗਏ ਸੀ, ਉਹ 'ਚ ਸਿੱਖ ਵੀ ਸੀਗੇ 2-3। ਅਗਲੇ ਦਿਨ ਉੱਥੇ ਦੀ ਸ਼ਾਖਾ ਜਿਹੜੀ ਸੀ ਉਹ ਜਿੰਨੀ ਉਹ ਦਿਨ ਸੀਗੀ ਉਸ ਤੋਂ ਵੱਧ ਸ਼ਾਖਾ 'ਚ ਉੱਥੇ ਸ਼ਾਖਾ ਲੱਗੀ ਸੀ, ਔਰ ਸਾਰਾ ਚੱਲਦਾ ਰਿਹਾ ਉੱਥੇ। ਉਹ ਸ਼ਹੀਦੀ ਪਾਰਕ ਜਿੱਥੇ ਹੁਣ ਉਹ ਲੈ ਕੇ ਬੈਠੇ ਕਮਿਊਨਿਸਟ ਜਿਹੜੇ ਆਏ ਸੀ, ਉਹਨਾਂ ਨੇ ਕਿਹਾ ਸੀ ਅਸੀਂ ਇੱਥੇ ਧਰਨੇ ਦੇਵਾਂਗੇ। ਕਿ ਕਿੱਥੇ ਸਿੱਖ ਕੋਈ ਇਹ ਗੱਲ ਹੈ ਵੀ ਅੰਗਰੇਜ਼ਾਂ ਨੇ ਫੈਲਾਈ। ਮੰਨਦੇ ਹੋ ਕਿ ਸਿੱਖਾਂ ਦਾ ਇੱਕ ਵੱਡਾ ਹਿੱਸਾ ਨਹੀਂ ਜੁੜਿਆ ਸੰਘ ਨਾਲ? ਕਿਉਂ ਨਹੀਂ ਜੁੜਿਆਗਾ? ਉਹਨਾਂ 'ਚ ਸਾਡੇ 'ਚ
ਸਾਡੇ 'ਚ ਕਮੀ ਵੀ, ਚਲੋ ਕਮੀ ਕੋਈ ਐਸੀ ਨਹੀਂ ਹੈਗੀ, ਉਹ ਪ੍ਰਚਾਰ ਇੱਕ ਸਾਡੇ ਖਿਲਾਫ ਹੈ, ਚੱਲਦਾ ਰਿਹਾ ਹੈ। ਪਰ ਇਹ ਵੀ ਹੁਣ ਵੀ ਜੁੜਦੇ ਆ, ਬਹੁਤ ਸਾਰੇ ਜੁੜਦੇ ਆ। ਹਾਂ, ਤਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੀਆਂ ਜਿਹੜੀਆਂ ਹੋਰ ਚੱਲਦੇ ਕੰਮ, ਆਪਣੀ ਸੇਵਾ ਸੰਸਥਾਨ ਕਿੰਨੇ ਚੱਲਦੇ ਸਾਡੇ, ਵਿਦਿਆ ਭਾਰਤੀ ਦੇ ਕੰਮ ਚੱਲਦੇ ਆ, ਤੁਹਾਡਾ ਜਿਹੜਾ ਮਜ਼ਦੂਰ ਸੰਘ ਹੈ, ਕਿਸਾਨ ਸੰਘ ਹੈ, ਕਿੰਨੇ ਸਿੱਖ, ਉਹ ਸਾਰੇ ਸਿੱਖ ਵੀ ਹੈਗੇ। ਪ੍ਰਚਾਰ ਤੁਸੀਂ ਕਹਿੰਦੇ ਹੋ ਤੁਹਾਡੇ ਖਿਲਾਫ, ਤੁਹਾਨੂੰ ਕੀ ਪਤਾ ਕੀ ਪ੍ਰਚਾਰ ਆ ਤੁਹਾਡੇ ਖਿਲਾਫ? ਇੱਕ ਤਾਂ ਅਸੀਂ ਸੁਣਦੇ ਹਾਂ, ਇੱਕ ਤੁਹਾਨੂੰ ਕੀ ਪਤਾ? ਪੋਲਿਟਿਕਸ ਨੇ ਕੀਤਾ, ਸ਼ੁਰੂ ਕੀਤਾ ਹੈ ਪੋਲਿਟਿਕਸ। ਕੀ ਪ੍ਰਚਾਰ? ਦੇਖੋ, ਜਦੋਂ ਉਸ ਵੇਲੇ ਵੀ ਇਹ ਪੰਜਾਬੀ ਸੂਬਾ ਹੀ ਹੋਇਆ, ਕਿਉਂ ਹੋਇਆ, ਕੀ ਹੋਇਆ ਸੀ? ਪੰਜਾਬੀ ਸੂਬੇ ਦਾ ਮਤਲਬ ਕੀ ਸੀਗਾ? ਹਿੰਦੂਆਂ ਦੇ ਖਿਲਾਫ ਸੀ ਨਾ ਇਹ। ਉਸ ਵੇਲੇ ਵੀ ਇਹੋ ਚਾਹੁੰਦੇ ਸੀ ਨਾ, ਅਸੀਂ ਪੰਜਾਬੀ ਸੂਬਾ ਸਾਨੂੰ ਚਾਹੀਦਾ ਜੀ, ਮਤਲਬ ਇਨ ਵੇ ਦੇ ਵਾਂਟਡ ਸਿੱਖ ਸੂਬਾ, ਕਿ ਨਹੀਂ? ਖਾਲਿਸਤਾਨ ਦੀ ਵੀ ਗੱਲ ਕਿੱਥੋਂ ਆਉਂਦੀ ਹੈ? ਜਦੋਂ ਤੁਸੀਂ ਉਹਨਾਂ ਨੂੰ, ਇੱਕ ਆਮ ਬੰਦੇ ਨੂੰ ਕਿੱਥੇ ਕੀ ਲੈਣਾ ਦੇਣਾ ਹੁੰਦਾ ਹੈ? ਤੁਸੀਂ ਜਾ ਕੇ ਕਿਤੇ ਪਿੰਡਾਂ ਜਾ ਕੇ ਪੁੱਛੋ, ਕੋਈ ਹੈ ਕੋਈ ਕਿੰਨੇ ਕੁ ਲੋਕ ਤੁਹਾਡੇ ਜਿਹੜੇ ਕਹਿਣਗੇ ਵੀ ਅਸੀਂ ਖਾਲਿਸਤਾਨ ਦੇ ਹੱਕ 'ਚ ਗਏ? ਪ੍ਰਚਾਰ ਬਹੁਤ ਹੈ, ਪ੍ਰਚਾਰ ਉੱਥੋਂ ਬਾਹਰੋਂ ਬੈਠੇ ਕਰਦੇ ਆ। ਤੁਹਾਨੂੰ ਮੈਂ ਦੱਸਿਆ ਵੀ ਉਹ ਤੁਹਾਨੂੰ ਨੂੰ ਪਤਾ। ਪਰ ਪੰਜਾਬੀ ਸੂਬੇ ਮੋਰਚੇ ਬਾਰੇ ਕਿਹਾ ਗਿਆ ਕਿ ਦੇਸ਼ ਦੇ ਅੰਦਰ ਸਾਰੇ ਸੂਬੇ ਭਾਸ਼ਾਵਾਂ ਦੇ ਆਧਾਰ ਤੇ ਦਿੱਤੇ ਗਏ, ਨਹਿਰੂ ਹੋਰਾਂ ਨੇ ਦਿੱਤੇ। ਜਦੋਂ ਪੰਜਾਬ ਦੀ ਗੱਲ ਆਈ, ਪੰਜਾਬ ਨੂੰ ਭਾਸ਼ਾ ਦੇ ਆਧਾਰ ਦੇ ਉੱਤੇ ਇੱਕ ਸੂਬਾ ਜਿਹੜਾ ਲੈਣਾ ਚਾਹੁੰਦੇ ਸੀ, ਉਹ ਪੂਰਾ ਵੀ ਨਹੀਂ ਦਿੱਤਾ ਗਿਆ। ਫਿਰ ਉਹਦੇ ਚੋਂ ਹੀ ਅੱਗੇ ਅਨੰਦਪੁਰ ਦੇ ਮਤੇ ਦੀ ਗੱਲ ਨਿਕਲਦੀ ਹੈ। ਮੈਂ ਗੱਲ ਪੂਰੀ ਕਰਦਾ। ਉਹਦੇ ਚੋਂ ਕਹਿੰਦੇ ਕਿ ਅਸੀਂ ਤਾਂ ਇੱਕ ਇਨਸਾਫ ਮੰਗ ਰਹੇ ਸੀ, ਜਿਹੜੀਆਂ ਉਹ ਧਿਰਾਂ ਨੇ, ਅਸੀਂ ਖਾਲਿਸਤਾਨ ਨਹੀਂ ਕਿਹਾ, 84 ਤੱਕ ਅਸੀਂ ਤਾਂ ਇੱਕ ਇਨਸਾਫ ਦੀ ਮੰਗ ਕਰ ਰਹੇ ਸੀ ਕਿ ਸਾਨੂੰ ਅਨੰਦਪੁਰ ਦੇ ਮਤੇ ਤੇ ਆਹ ਗੱਲਾਂ ਨੇ, ਸਾਨੂੰ ਇਨਸਾਫ ਦੇ ਦਿਓ। ਉਹ ਨਹੀਂ ਦਿੱਤਾ ਗਾ ਕਾਂਗਰਸ ਸਰਕਾਰ ਨੇ। ਪੁੱਛਣਾ ਸੀ ਉਹਨੂੰ, ਕਾਂਗਰਸ ਨੂੰ ਪੁੱਛਣ ਜਾਓ, ਦੱਸਣ ਉਹਨਾਂ ਨੂੰ, ਮੈਂ ਕੀ ਦੱਸਾਂ ਉਹਦੇ ਬਾਰੇ। ਤੁਹਾਨੂੰ ਲੱਗਦਾ ਕਿ ਜੇ ਮਸਲੇ ਨਾ ਹੁੰਦੇ ਸ਼ਾਇਦ ਇਹ ਗੱਲਾਂ ਨਾ ਆਉਂਦੀਆਂ? ਗੱਲ ਇਹ ਵੀ ਸ਼ਾਇਦ ਡਿਵਾਈਡ ਨਾ ਹੁੰਦੀਆਂ। ਕੋਈ ਐਸਾ ਹੈ ਕਿ ਜਿਨ੍ਹਾਂ ਦੀਆਂ ਕੋਈ ਚਾਹਵਾਂ ਹੁੰਦੀਆਂ ਨਾ, ਜਿਹਨਾਂ ਦੀ ਅੱਜ ਕੱਲ੍ਹ ਖਾਸ ਕਰਕੇ ਅੱਜ ਅਨਫੋਰਚੂਨੇਟਲੀ ਸਾਡੀ ਪੋਲਿਟਿਕਸ ਜਿਹੜੀ ਹੈ ਨਾ, ਉਹ ਸਭ ਤੋਂ ਉੱਚੀ ਹੋ ਗਈ ਹੈ ਹਰ ਥਾਂ ਦੇ 'ਚ। ਬਾਕੀ ਚੀਜ਼ਾਂ ਥੱਲੇ ਨੇ। ਪੋਲਿਟਿਕਸ ਦੀ ਹਰ ਦੇ ਦਿਮਾਗ ਦੇ ਵਿੱਚ ਵੀ ਨਾ, ਜਿਹੜਾ ਕੋਈ ਵੀ ਬੈਠਾ ਨਾ, ਉਹ ਕਹਿੰਦਾ, ਕੋਈ ਕਹਿੰਦਾ ਸਰਪੰਚ ਮੈਂ ਬਣ ਜਾ, ਕੋਈ ਮੈਂ ਕਹਿੰਦਾ ਥੱਲੇ ਕਾਉਂਸਲਰ ਬਣ ਜਾ, ਕੋਈ MLA ਬਣ ਜਾ, ਮਿਨਿਸਟਰ ਬਣ ਜਾ, ਉਸ ਤੋਂ ਵੀ ਉੱਪਰ ਕੋਈ ਜਾ ਸਕਦਾ। ਜ਼ਿਆਦਾਤਰ ਉਹ ਹੈ ਉਹਨਾਂ ਦੇ ਦਿਮਾਗ ਦੇ ਵਿੱਚ, ਕੋਈ ਆਪਣੇ ਮੁਲਕ ਦੀ, ਦੇਸ਼ ਦੀ, ਧਰਮ ਦੀ ਭਲਾਈ ਦੀ ਗੱਲ ਉਹਦੇ 'ਚ ਕੋਈ ਨਹੀਂ ਹੈ ਉਹਨਾਂ ਦੇ ਵਿੱਚ, ਉਹ ਸੋਚ। ਤੇ ਤੁਹਾਨੂੰ ਲੱਗਦਾ ਪੋਲੀਟੀਸ਼ੀਅਨਾਂ ਨੇ ਕੀਤਾ ਉਦੋਂ? ਪੋਲਿਟਿਕਸ ਹੀ ਨਾ, ਹੋਰ ਕੀ, ਪੋਲੀਟੀਸ਼ੀਅਨ ਕਰਨ ਵਾਲੇ ਆਏ। ਪਰ ਤੁਹਾਡੇ ਲੀਡਰ ਵੀ ਲੋਕ ਇਲਜ਼ਾਮ ਲਾਉਂਦੇ ਆ ਕਿ ਸ਼੍ਰੀ ਹਰਿਮੰਦਰ ਸਾਹਿਬ ਦਾ ਮਾਡਲ ਰੇਲਵੇ ਸਟੇਸ਼ਨ ਤੇ ਤੋੜ ਦਿੱਤਾ ਗਿਆ ਸੀਗਾ, ਤੁਹਾਡੇ ਇੱਕ ਲੀਡਰ ਦਾ ਬਾਅਦ ਚੋਂ ਕਤਲ ਵੀ ਹੋਇਆ ਸੀਗਾ। ਇਹ ਗੱਲਾਂ ਤੁਹਾਨੂੰ ਲੱਗਦਾ ਨਹੀਂ ਸੀ ਅਵਾਇਡ ਹੋਣੀਆਂ ਚਾਹੀਦੀਆਂ ਸੀ ਉਦੋਂ? ਜਾਂ ਇਹ ਕਿਹਾ ਗਿਆ ਕਿ ਜਦੋਂ 84 ਦਾ ਅਟੈਕ ਹੋਇਆ, ਬਹੁਤ ਸਾਰੇ ਲੋਕਾਂ ਨੇ ਲੱਡੂ ਵੰਡੇ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਤੁਹਾਨੂੰ ਲੱਗਦਾ ਗਲਤ ਗੱਲਾਂ ਸੀ? ਯਾਰ ਕੁਝ ਕਿਹੜਾ, ਮੈਂ ਜਦੋਂ ਪਹਿਲਾਂ ਹੀ ਕਿਹਾ ਵੀ ਅਟੈਕ ਹੋਣਾ, ਇਟ ਵਾਜ਼ ਨਾਟ ਰਾਈਟ, ਗਲਤ ਸੀਗਾ। ਉਹਦੇ 'ਚ ਫਿਰ ਜਿਹੜੀ ਕੋਈ ਗੱਲ ਗਲਤ ਗੱਲ ਕਰਦਾ ਤੇ ਉਹ ਗਲਤੀ ਹੈ, ਉਹ 'ਚ ਕੀ ਹੈ? ਉਹਦੇ ਲੋਕੀ ਤੇ ਤੁਹਾਨੂੰ ਪਤਾ ਪਵਿੱਤਰ ਸ਼ਹਿਰ ਦਾ ਵਿਰੋਧ ਕੀਤਾ ਸੀਗਾ, ਅੰਮ੍ਰਿਤਸਰ ਪਵਿੱਤਰ ਸ਼ਹਿਰ ਨਾ ਬਣੇ, ਮੇਰੇ ਧਿਆਨ 'ਚ ਇਹਦਾ ਵਿਰੋਧ BJP ਦੇ ਲੀਡਰਾਂ ਨੇ ਕੀਤਾ ਸੀਗਾ। ਕਿਹੜੀ ਗੱਲੋਂ? ਕਿ ਬਹੁਤ ਸਾਰੇ ਇੱਥੋਂ ਤੱਕ ਕਿਹਾ ਜਾਂਦਾ ਹੈਗਾ ਕਿ ਬੀੜੀਆਂ ਦੇ ਉਹ ਲਾ ਕੇ ਡੰਡੇ ਮਾਰਚ ਕੀਤੇ ਗਏ, ਲੀਡਰਾਂ ਨੇ ਕੀਤੇ। ਮੈਨੂੰ ਨਹੀਂ ਪਤਾ, ਮੈਨੂੰ ਐਸਾ ਕੋਈ ਮੇਰੇ ਧਿਆਨ 'ਚ ਨਹੀਂ ਹੈ। ਸੰਘ ਇਹਨਾਂ ਚੀਜ਼ਾਂ 'ਚ ਹਿੱਸਾ ਨਹੀਂ ਲੈਂਦਾ ਕੋਈ। ਗਾਂਧੀ ਦੇ ਪੋਤੇ ਨੇ ਰਾਜ ਮੋਹਨ ਗਾਂਧੀ, ਜਾਣਦੇ ਹੋ? ਨਾ ਸੁਣਿਆ ਮੈਂ। ਰਾਜ ਮੋਹਨ ਗਾਂਧੀ ਨੇ ਕਿਤਾਬ ਲਿਖੀ ਹੈਗੀ 47 ਤੇ, ਪੰਜਾਬ ਤੇ, ਪੜ੍ਹੀ ਹੋ? ਰਾਜ ਮੋਹਨ ਗਾਂਧੀ ਉਸ ਕਿਤਾਬ 'ਚ ਜ਼ਿਕਰ ਕਰਦੇ ਨੇ ਕਿ ਜਿਵੇਂ ਤੁਸੀਂ ਕਹਿੰਦੇ ਹੋ RSS ਨੇ ਕੰਮ ਕੀਤਾ 47 ਲਈ, ਉਹ ਕਹਿੰਦੇ ਆ ਕਿ ਇਹੋ ਜਿਹੇ ਡਾਕੂਮੈਂਟ ਨੇ, ਜਾਂ ਹਿੰਦੂ ਮਹਾਸਭਾ ਬਾਰੇ ਵੀ ਕਹਿੰਦੇ ਨੇ ਕਿ 47 ਨੂੰ ਕਰਾਉਣ 'ਚ ਇਹਨਾਂ ਦੀ ਭੂਮਿਕਾ ਵੀ ਸੀ। ਜੇ ਇੱਕ ਪਾਸੇ ਮੁਸਲਿਮ ਲੀਗ ਸੀ, ਦੂਜੇ ਪਾਸੇ ਹਿੰਦੂ ਮਹਾਸਭਾ ਵੀ ਸੀ, ਤੀਜੇ ਪਾਸੇ ਉਹ RSS ਬਾਰੇ ਵੀ ਕਹਿ ਰਹੇ ਨੇ ਕਿ ਇਹਨਾਂ ਦੇ ਬੰਦੇ ਵੀ ਗੁਪਤ ਤਰੀਕੇ ਨਾਲ ਕੰਮ ਕਰ ਰਹੇ ਸੀ ਕਤਲੇਆਮ ਦੇ ਅੰਦਰ। ਇਹ ਮਹਾਤਮਾ ਗਾਂਧੀ ਦਾ ਪੋਤਾ ਕਹਿੰਦਾ ਆਪਣੀ ਕਿਤਾਬ 'ਚ ਲਿਖ ਕੇ। ਫਿਰ ਉਹਨੂੰ ਪੁੱਛੋ ਵੀ ਕਿੱਥੋਂ ਕਹਿੰਦਾ, ਮੈਨੂੰ ਤਾਂ ਪਤਾ ਨਹੀਂ, ਮੈਂ ਪੜ੍ਹੀ ਨਹੀਂ ਕਿਤਾਬ, ਤੇ ਮੈਂ ਕੀ ਕਮਾਂ ਉਹਨੂੰ, ਮੈਂ ਕਿੱਥੋਂ ਜਵਾਬ ਦੇਵਾਂ? ਉਹ ਕਹਿੰਦਾ ਕਿ ਡਾਕੂਮੈਂਟ ਨੇ, ਐਵੇਂ ਗੱਲ ਹੈ ਪਾਕਿਸਤਾਨ ਦੇ ਅੰਦਰ ਵੀ ਡਾਕੂਮੈਂਟ, ਮੈਨੂੰ ਪਾਕਿਸਤਾਨ ਜਾ ਕੇ ਆਇਆ, ਕਹਿੰਦਾ ਮੈਂ ਜਾ ਕੇ ਆਇਆ, ਉੱਥੇ ਡਾਕੂਮੈਂਟ। ਉਹ ਪਾਕਿਸਤਾਨ ਵਾਲੇ ਤੇ ਕਹਿਣਾ ਹੀ ਹੈ। ਪਾਕਿਸਤਾਨ ਵਾਲੇ ਅੱਜ ਜਿਨ੍ਹਾਂ ਕੀ ਉੱਥੇ ਦੂਜੇ ਨੂੰ ਵੀ ਸਾਰਿਆਂ ਨੂੰ, ਉਹਨਾਂ ਨੂੰ ਜਿਨ੍ਹਾਂ ਨੂੰ ਅਸੀਂ ਇੱਥੇ ਮਾੜਾ ਕਹਿੰਦੇ ਹਾਂ, ਉੱਥੇ ਉਹ ਜਿਹੜਾ ਤੁਹਾਡਾ ਕੀ ਹੈ ਦਾਊਦ ਇਬਰਾਹਿਮ ਉੱਥੇ ਬੈਠਾ ਹੈ, ਹੋਰ ਜਿਹੜੇ ਇਹੋ ਜਿਹੇ ਸਾਰੇ ਜਿਹੜੇ ਨੇ ਉਹਨਾਂ ਦੀ, ਜਿਨ੍ਹਾਂ ਨੇ ਇੱਥੇ ਬੰਬੇ ਦੇ ਵਿੱਚ ਉਹ ਕਤਲ ਕਰਵਾਏ, ਉੱਥੇ ਜਿਹੜਾ ਤਾਜ ਮਹਿਲ ਤੇ ਜਿਹੜਾ ਸੀਗਾ ਹੋਟਲ ਜਿਹੜਾ ਸੀਗਾ, ਉੱਥੇ ਸਾਰਾ ਜਿਹੜਾ ਕੋਈ ਕੀਤਾ, ਉਹ ਸਾਰਾ ਕੁਛ ਉਹ ਕਰਾਉਣ ਵਾਲੇ ਔਰ ਉੱਥੇ ਬੈਠੇ ਨੇ, ਉਹਨਾਂ ਦੀ ਕਰਾਉਂਦੇ ਆ। ਅੱਜ ਜਿਹੜੇ ਥਾਵਾਂ ਦੇ ਉੱਤੇ ਅੱਜ ਪਾਕਿਸਤਾਨ ਸਾਡੇ ਰੋਜ਼ ਉੱਥੇ ਕੁਛ ਕਰਦੇ ਆ। ਕਸ਼ਮੀਰ ਤੇ ਹਮਲਾ ਉਹਨੂੰ ਕਿਹਨੇ ਕੀਤਾ? ਪਾਕਿਸਤਾਨ ਨੇ ਕੀਤਾ ਕਿ ਇਹਨਾਂ ਨੇ ਜਾ ਕੇ ਕੀਤਾ ਸੀ ਪਹਿਲਾਂ? 65 ਦੇ ਵਿੱਚ ਵੀ ਉਹਨਾਂ ਨੇ ਕੀਤਾ ਸਭ ਕੁਝ। ਪਰ ਜੁੜ ਕਿਉਂ ਜਾਂਦੀ ਹੈ ਗੱਲ ਜਾ ਕੇ? ਚਾਹੇ 84 ਹੈ, 84 'ਚ ਵੀ ਗੱਲ ਜੋੜ ਦਿੰਦੇ ਨੇ, ਚਾਹੇ 47 ਹੈ। ਇਹ ਤਾਂ ਰਾਜਮੋਹਨ ਗਾਂਧੀ ਕਹਿ ਰਿਹਾ ਕਿ ਡਾਕੂਮੈਂਟ ਨੇ ਕੁਛ ਚੀਜ਼ 'ਚ ਗੱਲ ਹੁੰਦੀ ਕਿ ਪਤਾ ਵੀ ਰਾਜਮੋਹਨ ਗਾਂਧੀ ਕਿੱਥੋਂ ਕਹਿ ਰਿਹਾ ਕਤਲੇਆਮ 'ਚ ਭੂਮਿਕਾ ਜੇ ਹਿੰਦੂ ਮਹਾਸਭਾ ਦੀ ਹੈ, ਮੁਸਲਿਮ ਲੀਗ ਦੀ ਵੀ ਕਹਿੰਦਾ ਉਹ,
ਨਾਲ ਹੀ ਉਹਨੂੰ ਆਰਐਸਐਸ ਦੀ ਵੀ ਕਹਿੰਦਾ ਹੋਏਗਾ, ਮੈਨੂੰ ਨਹੀਂ ਪਤਾ ਜੀ ਉਹਦੇ ਬਾਰੇ ਚ। ਅੱਛਾ, ਇੱਕ ਆਪਾਂ ਤੋਂ ਗੱਲ ਕੀਤੀ ਸੀ ਜਿਵੇਂ ਸਵਦੇਸ਼ੀ ਜਾਗਰਣ ਮੰਚ ਹੁੰਦਾ ਸੀ, ਉਹ ਲਗਾਤਾਰ ਵਿਰੋਧ ਕਰਦਾ ਹੁੰਦਾ ਸੀ, ਸਵਦੇਸ਼ੀ ਦਾ ਨਾਅਰਾ ਦਿੰਦਾ ਸੀ, ਪਰ ਬੀਜੇਪੀ ਦੀ ਸਰਕਾਰ 'ਚ ਸਭ ਤੋਂ ਜ਼ਿਆਦਾ ਐਫਡੀਆਈ ਆਈ। ਰਿਟੇਲ ਦੇ ਖੇਤਰ ਦਾ ਵਿਰੋਧ ਕਰਦੀ ਸੀ ਬੀਜੇਪੀ, ਗੱਲ ਇਹ ਹੈ ਵੀ ਸੰਘ ਦੀ ਵੀ ਸਮਝ ਹੁੰਦੀ ਸੀ, ਸਵਦੇਸ਼ੀ ਜਾਗਰਣ ਮੰਚ ਦੀ ਹੁੰਦੀ ਸੀ। ਇਹ ਕਿਉਂ ਹੋਇਆ? ਦੇਖੋ, ਸਵਦੇਸ਼ੀ ਦੀ ਗੱਲ ਤੇ ਆਣੀ ਚਾਹੀਦੀ ਹੈ ਨਾ, ਕੋਈ ਅੱਛੀ ਗੱਲ ਹੈ ਕਿ ਮਾੜੀ ਗੱਲ ਹੈ? ਸਵਦੇਸ਼ੀ ਚਾਹੀਦੀ ਹੈ, ਆਣੀ ਚਾਹੀਦੀ ਹੈ ਨਾ, ਤੇ ਆਣੀ ਚਾਹੀਦੀ ਹੈ ਸਵਦੇਸ਼ੀ। ਪਰ ਇਹ ਨਹੀਂ ਨਾ ਕਿ ਜਦੋਂ ਕਾਂਗਰਸ ਸੱਤਾ 'ਚ ਉਦੋਂ ਹੋਰ ਗੱਲਾਂ, ਜਦੋਂ ਬੀਜੇਪੀ ਸੱਤਾ 'ਚ ਆ ਗਈ ਉਦੋਂ ਹੋਰ ਗੱਲਾਂ। ਬੀਜੇਪੀ ਦੇ ਵੀ ਖਿਲਾਫ ਬੋਲਦੇ ਬੜੇ। ਅੱਜ ਵੀ ਤੁਸੀਂ ਦੇਖੋ ਸਵਦੇਸ਼ੀ ਜਾਗਰਣ ਮੰਚ ਦਾ ਨਾ ਬੜਾ ਕਿਸਾਨ ਸੰਘ ਨੇ ਬਈ ਕਰਦੇ ਆ, ਜਿੱਥੇ ਮਜ਼ਦੂਰ ਸੰਘ ਨੇ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਖੁਦ ਆਰਐਸਐਸ 'ਚੋਂ ਨਿਕਲਿਆ, ਕੀ ਫਿਰ ਉਹਨਾਂ ਨੂੰ ਨਹੀਂ ਪਤਾ ਕਿ ਆਰਐਸਐਸ ਕੀ ਦੱਸਦੀ ਸੀ ਕਿ ਸਵਦੇਸ਼ੀ ਰੱਖੋ? ਕਿਉਂ ਕਾਰਪੋਰੇਟ ਦੁਨੀਆ ਭਰ ਦਾ ਲਿਆ ਕੇ ਐਫਡੀਆਈ, ਡਿਫੈਂਸ 'ਚ ਵੀ ਐਫਡੀਆਈ ਆ ਗਈ, ਡਿਫੈਂਸ ਦੇ ਅੰਦਰ ਵੀ ਐਫਡੀਆਈ ਆ ਗਈ, ਰਿਟੇਲ ਦੇ ਅੰਦਰ ਤੁਸੀਂ ਵਿਰੋਧ ਕਰਦੇ ਸੀ, ਰਿਟੇਲ 'ਚ ਵੀ ਆ ਗਈ। ਤੁਹਾਨੂੰ ਦੇਖੋ, ਤੁਸੀਂ ਵਿਰੋਧ ਕਰਦੇ ਸੀ। ਅੱਜ ਦੁਨੀਆ ਜਿਹੜੀ ਹੈ ਨਾ ਬੜੀ ਛੋਟੀ ਹੋ ਗਈ ਹੈ। ਕਦੀ ਜ਼ਮਾਨਾ ਸੀਗਾ ਵੀ ਤੁਸੀਂ ਇੱਥੇ ਬੈਠੇ, ਅਮਰੀਕਾ 'ਚ ਬੈਠਾ ਬੰਦਾ, ਤੁਸੀਂ ਗੱਲਾਂ ਕਰਦੇ ਹੋ ਆਰਾਮ ਨਾਲ, ਮਤਲਬ ਤੁਹਾਨੂੰ ਫੀਲ ਹੀ ਨਹੀਂ ਹੁੰਦਾ ਯਾਰ ਕਿ ਰੋਜ਼ ਮੇਰੇ ਬੇਟੇ ਦਾ ਮੈਨੂੰ ਫੋਨ ਆਉਂਦਾ, ਰੋਜ਼ ਆਉਂਦਾ, ਸਵੇਰੇ ਵੇਲੇ ਸ਼ਾਮੇ ਕਰਦਾ ਰਹਿੰਦਾ ਗਾ। ਅੱਜ ਤੋਂ ਫਿਰ ਇਹਦਾ ਮਤਲਬ ਸੰਘ ਦੀ ਵਿਚਾਰਧਾਰਾ ਬਦਲ ਗਈ? ਉਹ ਨਹੀਂ, ਵਿਚਾਰਧਾਰਾ ਨਹੀਂ, ਇਹ ਵਿਚਾਰਧਾਰਾ ਇਹ ਵੀ ਐਸਾ ਨਹੀਂ ਹੈ। ਹੁਣ ਵੀ ਗੱਲ ਸੁਣੋ, ਹੁਣ ਵੀ ਜੇ ਤੁਸੀਂ ਦੁਨੀਆ ਭਰ ਦਾ ਲਿਆ ਕੇ ਕਾਰਪੋਰੇਟ ਵਾਰਤਾ ਇੰਡੀਆ 'ਚ, ਤਾਂ ਈਸਟ ਇੰਡੀਆ ਕੰਪਨੀ ਤੋਂ ਇਹ ਕੰਪਨੀਆਂ 'ਚ ਕੀ ਫਰਕ ਹੈ? ਪੈਪਸੀ ਕੋਲਾ, ਕੋਕਾ ਕੋਲਾ ਜਿਹੜੀਆਂ ਆਈਆਂ ਨੇ, ਅੱਛਾ ਅੱਜ ਗੱਲ ਸੁਣੋ, ਇਹ ਵੀ ਤਾਂ ਇਕਨੋਮਿਕਲ ਲੁੱਟ ਲੈ ਹੀ ਰਹੀਆਂ ਨੇ, ਬਾਹਰ ਜਾ ਰਹੀ ਹੈ ਪੂੰਜੀ ਦਾ ਨਾ ਭਾਰਤ। ਐਸਾ ਨਹੀਂ ਹੈ। ਜਦੋਂ ਇੱਕ ਗੱਲ ਸੁਣੋ, ਕੋਈ ਬੰਦਾ ਉਰੇ ਆ ਕੇ ਇਨਵੈਸਟ ਕਿਉਂ ਕਰਦਾ ਕਿ ਇੱਥੋਂ ਕੈਪੀਟਲ ਉਹ ਹੋਰ ਕਿਤੇ ਲੈ ਕੇ ਜਾਵੇ? ਸਾਡੇ ਮੁਲਕ ਦੇ ਸਾਧਨ ਨੇ, ਸਾਡੇ ਮੁਲਕ ਦੀ ਹਿਊਮਨ ਰਿਸੋਰਸ ਹੈ। ਮੇਰੀ ਗੱਲ, ਜਿਵੇਂ ਈਸਟ ਇੰਡੀਆ ਕੰਪਨੀ ਕਰਦੀ ਬਈ ਦੇਖੋ ਗੱਲ ਸੁਣੋ, ਈਸਟ ਇੰਡੀਆ ਕੰਪਨੀ ਉਹ ਕਿਸੇ ਨੂੰ ਜਾਗਣ ਨਹੀਂ ਦਿੰਦੀ। ਹੁਣ ਕਹਿੰਦੇ ਉਹਦੇ ਖਿਲਾਫ ਹੋਰ ਖੜੀਆਂ ਨੇ ਨਾ ਦੂਜੀਆਂ ਨੇ, ਕੰਪੀਟੀਸ਼ਨ ਹੁੰਦਾ ਫਿਰ। ਨਹੀਂ, ਪਰ ਪ੍ਰਿੰਸੀਪਲ ਤੁਸੀਂ ਵਿਰੋਧ ਕਰਦੇ ਸੀ, ਜਿਸੇ ਉਹ ਪ੍ਰਿੰਸੀਪਲ ਸੰਘ ਵਿਰੋਧ ਕਰਦਾ ਸੀ ਸਾਰੀਆਂ ਗੱਲਾਂ ਦਾ ਠੋਕ ਕੇ। ਅੱਜ ਵੀ ਸਵਦੇਸ਼ੀ ਜਾਗਰਣ ਮੰਚ ਵਾਲੇ ਕਈ ਗੱਲਾਂ 'ਚ ਉਹਨਾਂ ਦਾ ਵਿਰੋਧ ਕਰਦੇ ਆ, ਮਜ਼ਦੂਰ ਸੰਘ ਵੀ ਵਿਰੋਧ ਕਰਦਾ ਹੈ, ਕਿਸਾਨ ਸੰਘ ਵੀ ਵਿਰੋਧ ਕਰਦਾ, ਕਰਦੇ ਹੋ। ਪਰ ਜਿਹੜਾ ਪਿਛਲੇ ਦੌਰ 'ਚ ਆਪਾਂ ਦੇਖਿਆ ਕਿ ਜਿਹੜਾ ਵਿਰੋਧ ਹੋ ਰਿਹਾ ਗਾ, ਜਿਵੇਂ ਕਾਂਗਰਸ ਦੀ ਸਰਕਾਰ ਸੀ, ਯੂਪੀਏ ਦੀ ਸਰਕਾਰ ਸੀ, ਉਹਦੇ 'ਚ ਵਿਰੋਧ ਹੁੰਦੇ ਸੀ ਸਾਰੇ ਕਿ ਰਿਟੇਲ 'ਚ ਐਫਡੀਆਈ ਨਹੀਂ ਆਊ, ਹੋਰ ਖੇਤਰਾਂ 'ਚ ਐਫਡੀਆਈ ਨਹੀਂ ਆਊ, ਪਰ ਇਹ ਐਫਡੀਆਈ ਬਾਅਦ 'ਚੋਂ ਬੀਜੇਪੀ ਸਰਕਾਰ 'ਚ ਆ ਜਾਂਦੀ ਹੈ। ਤੇ ਹੁਣ ਬੀਜੇਪੀ ਨੂੰ ਪੁੱਛੋ ਜਾਂ ਉਹਨਾਂ ਨੂੰ ਪੁੱਛੋ, ਮੈਂ ਕੀ ਦੱਸ ਸਕਦਾ ਉਹਦੇ ਬਾਰੇ? ਸਾਰਾ ਡਿਟੇਲ ਹਰ ਇੱਕ ਚੀਜ਼ ਦਾ ਠੇਕਾ ਮੈਂ ਥੋੜ੍ਹੀ ਲਿਆ ਹੋਇਆ। ਮੈਨੂੰ ਤਾਂ ਕੁਝ ਜਿੰਨੇ ਤੇ ਪਤਾ ਮੈਂ ਤੁਹਾਨੂੰ ਦੱਸਦੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।